वाहिगुरु जी का खालसा वाहिगुरु जी की फतेह जी। सारे वीरां और भैणां नूं स्वागत है तुहाडा ऑनलाइन गुरमत क्लास विच। सारे वीरां भैणां नूं जी आया आख्या जांदा है। जिवें कि आप सब नूं पता है, असीं साहिब श्री गुरु नानक पातशाह जी दी पावन बाणी जपजी साहिब जी दी विचार सारे भैणां वीर मिल के कर रहे हां। कल तक असीं 8 पौड़ियां दी 9 पौड़ियां दी विचार जिहड़ी है वो सांझी कर चुके हां ते अज असीं इस तो अगली पौड़ी दी विचार जो है 10वीं पौड़ी दी विचार सांझी करांगे। जपजी साहिब जी दे अंदर गुरु नानक पातशाह जी ने दुनिया दे हर मनुख मात्र नूं सचियार होण दा उपदेश कीता है, क्योंकि सचियार होण दे नाल ही साडी जिंदगी दीयां सारीआं समस्यावां हल हो सकदियां ने। सचियार मनुख ही खुश रह सकता है, प्रसन्न रह सकता है। सचियार मनुख ही इस संसार नूं बेगमपुरा बना सकता है। सचियार मनुख दे अंदर ही इंसानियत पैदा हुंदी है, क्योंकि सचियार मनुख रब दा ही रूप हो जांदा है। गुरुदेव ने पावन बाणी विच रब नूं भी सचियार ही आख्या है, तू करता सचियार मैंदा साईं। ते सचियार उदों ही बंदा हुंदा है ਜਦੋਂ ਅੰਦਰੋਂ ਕੂੜ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ, ਹਉਮੈ ਦੀ ਦੀਵਾਰ ਟੁੱਟ ਜਾਂਦੀ ਹੈ, ਵਿਕਾਰਾਂ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ ਔਰ ਮਨੁੱਖ ਪ੍ਰਭੂ ਦੇ ਅੰਦਰ ਸਮਾ ਕੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਤੇ ਐਸਾ ਸਚਿਆਰ ਮਨੁੱਖ ਬਣਨ ਵਾਸਤੇ ਸਾਧਨ ਕੀ ਨੇ? ਗੁਰੂ ਜੀ ਨੇ ਸਾਧਨ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਤੋਂ ਭਾਵ ਹੈ ਕਿ ਜਦੋਂ ਤੋਂ ਇਹ ਜਗਤ ਬਣਿਆ ਹੈ ਉਦੋਂ ਤੋਂ ਹੀ ਇਹ ਨਿਯਮ ਤੁਰਿਆ ਆਉਂਦਾ ਹੈ ਕਿ ਜੋ ਹੁਕਮ ਵਿੱਚ ਤੁਰੇਗਾ, ਰਜਾ ਵਿੱਚ ਤੁਰੇਗਾ, ਯਾਨੀ ਜਿਹੜਾ ਹੈ ਪ੍ਰਭੂ ਦੇ ਰਜਾ ਭਾਣੇ ਨੂੰ ਮੰਨੇਗਾ, ਨਿਯਮ ਨੂੰ ਮੰਨੇਗਾ, ਨਿਯਮਾਵਲੀ ਨੂੰ ਮੰਨੇਗਾ, ਉਹ ਮਨੁੱਖ ਹੀ ਸਚਿਆਰ ਹੋਏਗਾ। ਤਾਂ ਅੱਜ ਕੱਲ ਅਸੀਂ ਵਿਚਾਰ ਕੀਤੀ ਸੀ ਕਿ ਜੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਜਾਏ ਸੁਰਤ ਕਰਕੇ ਔਰ ਉਸਨੂੰ ਆਪਣੀ ਸੁਰਤ ਵਿੱਚ ਵਸਾ ਲਿਆ ਜਾਏ, ਜੀਵਨ ਦਾ ਅੰਗ ਬਣਾ ਲਿਆ ਜਾਏ, ਤਾਂ ਮਨੁੱਖ ਨੂੰ ਸਿੱਧਾ ਪੀਰਾਂ ਸੁਰਨਾਥਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਮਨੁੱਖ ਨੂੰ ਧਰਤੀ ਔਰ ਆਕਾਸ਼ ਆਦਿਕ ਜੋ ਖੰਡ ਮੰਡਲ ਬ੍ਰਹਿਮੰਡ ਨੇ, ਇਹਨਾਂ ਦੇ ਆਸਰੇ ਦਾ ਪਤਾ ਲੱਗ ਜਾਂਦਾ ਹੈ ਕਿ ਰੱਬੀ ਨਿਯਮਾਂ ਦੇ ਅੰਦਰ ਸਾਰੇ ਹੀ ਕਾਰਜਸ਼ੀਲ ਨੇ। ਜਿਹੜਾ ਗੁਰੂ ਦੀ ਸਿੱਖਿਆ ਨੂੰ ਧਿਆਨ ਦੇ ਨਾਲ ਸੁਣਦਾ ਹੈ ਔਰ ਮੰਨਦਾ ਹੈ, ਉਸ ਮਨੁੱਖ ਦੀ ਜ਼ਿੰਦਗੀ ਚੋਂ ਪਾਪ ਔਰ ਵਿਕਾਰ ਖਤਮ ਹੋ ਜਾਂਦੇ ਨੇ। ਤੇ ਜੋ ਪਾਪਾਂ ਔਰ ਵਿਕਾਰਾਂ ਦੇ ਕਾਰਨ ਮਨੁੱਖੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਨੇ, ਉਹ ਦੁੱਖ ਵੀ ਮੁੱਕ ਜਾਂਦੇ ਨੇ। ਮਨੁੱਖ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ। ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਕਰਕੇ, ਸੁਣਨ ਦੇ ਨਾਲ, ਸੁਰਤ ਵਿੱਚ ਵਸਾਨ ਦੇ ਨਾਲ ਸਦਾ ਵਿਗਾਸਤਾ ਆਉਂਦੀ ਹੈ। ਮਨੁੱਖ ਹਰ ਪਲ ਖਿੜਿਆ ਰਹਿੰਦਾ ਹੈ। ਇਹਦੇ ਜੀਵਨ ਵਿੱਚ ਨਵੀਂ ਬਸੰਤ ਬਹਾਰ ਵਾਲਾ ਖੇੜਾ ਹੁੰਦਾ ਹੈ। ਇਸ ਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣਾਂ ਦੀ ਸੁਗੰਧ ਹੈ, ਕੋਮਲ ਵਾਲੀ ਕੋਮਲਤਾ ਹੈ, ਕੋਮਲ ਵਾਲੀ ਮਿਠਾਸ ਹੈ, ਕੋਮਲ ਦੇ ਫੁੱਲ ਵਾਲੀ ਕਮਲ ਦੇ ਫੁੱਲ ਵਾਲੀ ਜਿਹੜੀ ਹੈ ਉਹ ਨਿਰਲੇਪਤਾ ਹੈ, ਕਮਲ ਦੇ ਫੁੱਲ ਵਾਲੀ ਕੋਮਲਤਾ ਹੈ, ਕਮਲ ਦੇ ਫੁੱਲ ਵਾਲੀ ਸੁਗੰਧ ਹੈ ਔਰ ਇਹਦੇ ਅੰਦਰ ਹਮੇਸ਼ਾ ਵਿਗਾਸਤਾ ਰਹਿੰਦੀ ਹੈ ਜੇ ਕੋਈ ਗੁਰੂ ਦੀ ਪਾਵਨ ਸਿੱਖਿਆ ਨੂੰ ਧਿਆਨ ਦੇ ਨਾਲ ਸੁਣਦਾ ਹੈ। ਹੁਣ ਗੁਰੂ ਦੀ ਪਾਵਨ ਬਾਣੀ, ਪਾਵਨ ਸਿੱਖਿਆ ਨੂੰ ਸੁਰਤ ਕਰਕੇ ਸੁਣਿਆ ਹੋਰ ਸਾਨੂੰ ਕੀ ਮਿਲ ਸਕਦਾ ਹੈ? ਗੁਰੂ ਜੀ ਕਹਿੰਦੇ ਹਨ, ਸੁਖ ਗਿਆਨ। ਸਤ ਦਾ ਮਤਲਬ ਹੈ ਉੱਚਾ ਆਚਰਨ, ਗਿਆਨ ਦਾ ਮਤਲਬ ਚੰਗੇ ਔਰ ਮਾੜੇ ਦੀ ਪਰਖ, ਕਾਮਨ ਸੈਂਸ, ਵਿਵੇਕ। ਗੁਰੂ ਦੀ ਸੱਚੀ ਸਿੱਖਿਆ ਜੀਵਨ ਅੰਦਰ ਸੱਚਾਈ ਆਉਂਦੀ ਹੈ। ਇਸ ਮਨੁੱਖ ਦਾ ਆਚਰਨ ਉੱਚਾ ਹੁੰਦਾ ਹੈ, ਇਹ ਉੱਚੇ ਆਦਰਸ਼ ਵਾਲਾ ਹੋ ਜਾਂਦਾ ਹੈ, ਇਹਦੀ ਸ਼ਖਸੀਅਤ ਮਹਾਨ ਹੋ ਜਾਂਦੀ ਹੈ। ਔਰ ਸ਼ਖਸੀਅਤ ਦਾ, ਪਰਸਨੈਲਿਟੀ ਦਾ ਮਤਲਬ ਕੇਵਲ ਬਾਹਰੀ ਵਿਖਾਵਾ ਨਹੀਂ ਹੈ। ਮਨ, ਬਚਨ, ਕਰਮ ਕਰਕੇ ਪੂਰਨ ਤੌਰ ਤੇ ਸਮਗਰ ਵਿਕਾਸ ਦਾ ਨਾਮ ਹੈ।
राजनीतिक, धार्मिक, आर्थिक, समाजिक, शरीरक, मानसिक, बौद्धिक, परिवारक, व्यवहारक तौर ते मन वचन कर्म करके मनुख की जिंदगी के अंदर सच्चाई हुंदी है, ਇਹਦੇ अंदर परोपकार की भावना हुंदी है, मनुखता दे नाल ਇਹ प्यार करन वाला हुंदा है, इन्ना उच्चा सुच्चा आचरण और आदर्श इसका बन जाता है। गुरु की सच्ची सिक्ख्या सुनन दे नाल जिंदगी दे अंदर सुख आउंदा है, सैटिस्फैक्शन आउंदी है, मनुख दे अंदर रजेवा पैदा हुंदा है। ते याद रखना, मनुख दी जिंदगी विच संतोख नहीं है, रजेवा नहीं है, वो मनुख कदे भी शांत नहीं हुंदा, क्योंकि तृष्णा बिरले ही की बुझी है, कोट जोरे लाख करोरे मन ना हो रहे, परे परे ही को लुझी है, बिना संतोख नहीं को राजै। फिर जो दसा नवां दी धर्म दी किरत करदा है, जो मेहनत करके हासिल करदा है ना, ਉਹਦੇ ਨਾਲ ਇਹਨੂੰ खुशी ਹੁੰਦੀ है, ਤੇ संतुष्ट ਹੁੰਦਾ है, ਤੇ प्रभु ਦਾ शुक्रगुजार ਹੁੰਦਾ है, और ਅੱਗੇ विकास करता है, विकास ਰਹਿੰਦਾ है। संतोखी मनुख ਦੀ ਜ਼ਿੰਦਗੀ ਵਿੱਚ ਹੀ खुशी आ सकती है। जिस मनुख ਦੀ ਜ਼ਿੰਦਗੀ ਵਿੱਚ संतोख नहीं, ਉਹਦੇ ਜੀਵਨ ਵਿੱਚ खुशी भी नहीं आएगी। संतोखी मनुख ही ਅੱਗੇ खुशी ਵੰਡ ਵੀ ਸਕਦਾ है, ਜਿਹਦਾ ਆਪਣਾ ਹੀ ਰਜੇਵਾਂ ਦੂਜਿਆਂ ਨੂੰ ਵੰਡ ਨਹੀਂ ਸਕੇਗਾ। ਇਸ ਲਈ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸੰਤੋਖ ਦੀ ਦਾਤ ਮਿਲਦੀ ਹੈ, ਸੈਟਿਸਫੈਕਸ਼ਨ ਜ਼ਿੰਦਗੀ ਦੇ ਵਿੱਚ ਆਉਂਦਾ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜ਼ਿੰਦਗੀ ਵਿੱਚ ਗਿਆਨ ਪੈਦਾ ਹੁੰਦਾ ਹੈ। ਗਿਆਨ ਦਾ ਮਤਲਬ ਚੰਗੇ ਔਰ ਮਾੜੇ ਦੀ ਪਹਿਚਾਨ ਕਰਨੀ, ਕਿਉਂਕਿ ਜਿੰਨੇ ਵੀ ਸਾਡੇ ਸੁੱਖ ਔਰ ਦੁੱਖ ਨੇ, ਇਹ ਸਾਡੇ ਲਏ ਹੋਏ ਫੈਸਲਿਆਂ ਦਾ ਕਾਰਨ, ਸਾਡੇ ਲਏ ਹੋਏ ਫੈਸਲਿਆਂ ਦਾ ਰਿਜ਼ਲਟ ਹੈ। ਜੋ ਵੀ ਅਸੀਂ ਵਪਾਰ ਕੀਤਾ, ਜਾਂ ਅਸੀਂ ਆਪਣੀ ਕੋਈ ਜੋਬ ਚੁਣੀ, ਜਾਂ ਅਸੀਂ ਆਪਣੇ ਬਾਲ ਬੱਚਿਆਂ ਦੇ ਵਾਸਤੇ ਘਰ ਮਕਾਨ ਬਣਾਇਆ, ਜੋ ਵੀ ਕੁਝ ਅਸੀਂ ਕਰ ਰਹੇ ਹਾਂ, ਸਾਡੇ ਲਏ ਹੋਏ ਫੈਸਲੇ ਤੇ ਉਹਨਾਂ ਫੈਸਲਿਆਂ ਮੁਤਾਬਕ ਕੀਤੇ ਹੋਏ ਕਰਮ, ਤੇ ਉਹਨਾਂ ਕਰਮਾਂ ਦਾ ਫਲ ਹੀ ਸੁੱਖ ਜਾਂ ਦੁੱਖ ਹੈ। ਐਸੀ ਜ਼ਿੰਦਗੀ ਵਿੱਚ ਜਦੋਂ ਅਸੀਂ ਕੋਈ ਗਲਤ ਫੈਸਲਾ ਲੈ ਲੈਂਦੇ ਹਾਂ ਨਾ, ਉਸ ਦਾ ਰਿਜ਼ਲਟ ਵੀ ਗਲਤ ਨਿਕਲੇਗਾ ਤੇ ਅਸੀਂ ਦੁਖੀ ਹੋਵਾਂਗੇ। ਤੇ ਜੇ ਅਸੀਂ ਫੈਸਲਾ ਸਹੀ ਲਵੀਏ, ਕਰਮ ਸਾਡਾ ਸਹੀ ਹੋਏਗਾ, ਉਹਦਾ ਰਿਜ਼ਲਟ ਵੀ ਸਹੀ ਹੋਏਗਾ। ਇਸ ਲਈ ਗਿਆਨ ਦੀ ਬਹੁਤ ਜ਼ਰੂਰਤ ਹੈ ਬੰਦੇ ਨੂੰ। ਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਹੈ ਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਦਾਨ ਕਰਨਾ ਹੈ, ਕਿਸੇ ਨੂੰ ਕੁਛ ਦੇਣਾ ਹੈ, ਸਹਿਯੋਗ ਕਰਨਾ ਹੈ, ਤਾਂ ਅਕਲ ਚਾਹੀਦੀ ਹੈ। ਮਾਨ ਅਕਲ ਦੇ ਨਾਲ ਮਿਲੇਗਾ। ਮਾਲਕ ਦੀ ਸੇਵਾ ਕਰਨੀ ਹੈ ਤੇ ਅਕਲ ਦੇ ਨਾਲ, ਜੇ ਝੂਠੀ ਮੱਤ ਹੈ ਤਾਂ ਸੇਵਾ ਕੀਤੀ ਹੋਈ ਵੀ ਗਵਾਚ ਜਾਏਗੀ। ਮੱਤ ਥੋੜੀ, ਸੇਵ ਗਵਾਈ ਹੈ। ਗਿਆਨ ਦੀ ਦਾਤ ਮਿਲਦੀ। ਸੁਣਨ ਦੇ ਨਾਲ ਕੀ ਚੀਜ਼ਾਂ ਮਿਲੀਆਂ? ਸਤ, ਸੰਤੋਖ, ਗਿਆਨ। ਹੁਣ ਨਾਲ ਦੇ ਨਾਲ ਨਾ ਅਸੀਂ ਆਪਣੀ ਜ਼ਿੰਦਗੀ ਦੀ ਪਰਖ ਵੀ ਕਰਨੀ ਹੈ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦਿਆਂ ਸਾਨੂੰ ਕਿੰਨਾ ਸਮਾਂ ਹੋ ਗਿਆ, ਸੁਣਦਿਆਂ ਕਿੰਨਾ ਸਮਾਂ ਹੋ ਗਿਆ। ਹੁਣ ਅਸੀਂ ਆਪਣੇ ਜੀਵਨ ਨੂੰ ਸਾਰੇ ਭੈਣ ਭਰਾਵਾਂ ਨੇ ਪਰਖਣਾ ਹੈ, ਮੈਂ ਵੀ, ਤੁਸੀਂ, ਕਿ ਕੀ ਅਸੀਂ ਆਪਣੇ ਜੀਵਨ ਤੋਂ ਸੈਟਿਸਫਾਈ ਹਾਂ? ਕੀ ਸਾਡੀ ਜ਼ਿੰਦਗੀ ਵਿੱਚ ਸੰਤੋਖ ਹੈ? ਕੀ ਅਸੀਂ ਚੰਗੇ ਔਰ ਮਾੜੇ ਦਾ ਫੈਸਲਾ ਕਰਦੇ ਹਾਂ? ਅਸੀਂ ਸਹੀ ਫੈਸਲੇ ਲੈਂਦੇ ਹਾਂ? ਜੇ ਤੇ ਐਸਾ ਹੈ, ਹਾਂ ਅੰਦਰੋਂ ਆਵਾਜ਼ ਆਉਂਦੀ ਹੈ, ਤਾਂ ਇਹਦਾ ਮਤਲਬ ਅਸੀਂ ਜਪਜੀ ਸਾਹਿਬ ਸੁਣਿਆ ਹੈ। ਸਾਨੂੰ ਜਪਜੀ ਸਾਹਿਬ ਰਾਹੀਂ ਇਹ ਤਿੰਨ ਚੀਜ਼ਾਂ ਮਿਲੀਆਂ ਨੇ, ਅਸੀਂ ਇਹਨਾਂ ਤਿੰਨਾਂ ਚੀਜ਼ਾਂ ਤੇ ਅਮਲ ਕੀਤਾ ਹੈ। ਤੇ ਜੇ ਇਹ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਨਹੀਂ ਆਈਆਂ, ਤਾਂ ਇਹਦਾ ਮਤਲਬ ਅਸੀਂ ਫਾਰਮੈਲਿਟੀ ਕੀਤੀ ਹੈ, ਬੈਠੇ ਰਹੇ ਹਾਂ, ਪੜ੍ਹਨ ਵਾਲਾ ਪੜ੍ਹਦਾ ਰਿਹਾ, ਲੇਕਿਨ ਅਸੀਂ ਸੁਣਿਆ ਨਹੀਂ। ਜੇ ਸੁਣਿਆ ਹੁੰਦਾ ਤਾਂ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਸੀ। ਜੇ ਪੜ੍ਹਿਆ ਹੁੰਦਾ ਤਾਂ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਸੀ। ਹੁਣ ਮੈਂ ਕਹਾਂਗਾ ਕਿ ਪੜ੍ਹਦਾ ਤੇ ਮੈਂ ਰੋਜ਼ ਹਾਂ, ਪਰ ਪੜ੍ਹਨ ਵਿੱਚ ਫਰਕ ਹੈ ਨਾ। ਪੜ੍ਹਨ ਤੇ ਇੱਕ ਸਕੂਲ ਬੱਚਾ ਜਾਂਦਾ ਹੈ, ਪਰ ਉਹ ਫੇਲ ਹੋ ਜਾਂਦਾ ਹੈ। ਫੇਲ ਕਿਉਂ ਹੋ ਗਿਆ? ਕਿਉਂਕਿ ਉਹਨੇ ਅਮਲ ਨਹੀਂ ਕੀਤਾ। ਇਸ ਲਈ ਜਪਜੀ ਸਾਹਿਬ ਪੜ੍ਹਨ ਦਾ ਲਾਭ ਹੈ ਤਾਂ ਜੇ ਸਾਡੀ ਜ਼ਿੰਦਗੀ ਦੇ ਅੰਦਰ ਇਹ ਚੀਜ਼ਾਂ ਆ ਜਾਣ,
ਮਨੁੱਖਤਾ ਦੇ ਜੀਵਨ ਵਿੱਚ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਅਗਲਾ ਬਚਨ ਕਰਦੇ ਨੇ, ਸੁਣਿਆ 68 ਕਾ ਇਸ਼ਨਾਨ। ਗੁਰੂ ਦੀ ਸੱਚੀ ਸਿੱਖਿਆ ਸੁਣਿਆ, ਗੁਰੂ ਦੇ ਗਿਆਨ ਦੀ ਦਾਤ ਲਿਆ, ਗੁਰੂ ਦੀ ਇਹ ਸੱਚੀ ਸਿੱਖਿਆ ਨੂੰ ਸੁਰਤ ਵਿੱਚ ਵਸਾਇਆ, 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਯਾਨੀ ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਤੀਰਥਾਂ ਦੇ ਉੱਤੇ ਨਹਾਣਾ ਬੇਕਾਰ ਹੈ, ਵਿਅਰਥ ਹੈ। ਇਹ ਅਸੀਂ ਜਪਜੀ ਸਾਹਿਬ ਜੀ ਦੀ ਆਰੰਭਕ ਪੰਕਤੀ ਵਿੱਚ ਹੀ ਸੁਣਾਏ ਆ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਜੇ ਮੈਂ ਲੱਖਾਂ ਵਾਰੀ ਵੀ ਇਸ ਤਨ ਨੂੰ ਧੋਵਾਂ, ਤੀਰਥਾਂ ਦੇ ਵਿੱਚ ਡੁਬਕੀਆਂ ਲਗਾਵਾਂ, ਤਾਂ ਮਨ ਪਵਿੱਤਰ ਨਹੀਂ ਹੁੰਦਾ। ਬੇਸ਼ੱਕ ਮੈਂ ਕਿਸੇ ਤੀਰਥ ਵਿੱਚ ਡੁੱਬ ਕੇ ਮਾਰੀ ਜਾਵਾਂ, ਪਰ ਮਨ ਪਵਿੱਤਰ ਨਹੀਂ ਹੋਏਗਾ, ਕਿਉਂਕਿ ਸੋਚ ਮੈਲੀ ਹੈ, ਸੋਚ ਮੈਲੀ ਹੈ, ਮਨ ਮੈਲਾ ਹੈ, ਮੱਤ ਖੋਟੀ ਹੈ, ਧੋ ਸਰੀਰ ਨੂੰ ਰਹਿਆ। ਇਸ ਲਈ ਗੁਰਦੇਵ ਨੇ ਬਚਨ ਕੀਤਾ ਹੈ ਕਿ ਅਸਲੀ ਤੀਰਥ ਦੀ ਸਮਝ ਆ ਜਾਂਦੀ ਹੈ, ਤੇ ਉਹ ਅਸਲੀ ਤੀਰਥ ਕੀ ਹੈ? ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਏ। ਗੁਰੂ ਸਾਹਿਬ ਜੀ ਕਹਿੰਦੇ ਨੇ, ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਭਰਿਆ ਹੋਇਆ ਨਕਾ ਨਕ ਸਰੋਵਰ ਹੈ ਗੁਰੂ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਗੁਰੂ ਔਰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਭਰਿਆ ਗਿਆਨ ਦਾ ਸਰੋਵਰ ਹੈ। ਜਦੋਂ ਗੁਰੂ ਦੇ ਗਿਆਨ ਵਿੱਚ ਬੰਦਾ ਡੁਬਕੀ ਲਾਂਦਾ ਨਾ, ਤਾਂ ਕਾਂ ਹੰਸ ਬਣ ਜਾਂਦਾ। ਕਾਂ ਦਾ ਮਤਲਬ ਪਾਪਾਂ ਦੇ ਨਾਲ ਕਾਲਾ ਹੋਇਆ ਮਨੁੱਖ ਦਾ ਮਨ ਹੰਸ ਵਰਗਾ ਹੋ ਜਾਂਦਾ, ਚਿੱਟਾ ਹੋ ਜਾਂਦਾ, ਭਾਵ ਕਿ ਉਹਦੇ ਪਾਪ ਕਰਮ ਮਿਟ ਜਾਂਦੇ ਨੇ। ਉਹਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਬਾਹਰਲੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ, ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਤੀਰਥ ਹੈ, ਉਹਦੇ ਤੇ ਮਲ ਮਲ ਕੇ ਨਹਾਉਣਾ ਹੈ, ਗਿਆਨ ਦੇ ਨਾਲ ਇਸ਼ਨਾਨ ਕਰਨਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਗੁਰੂ ਜੀ ਕਹਿੰਦੇ ਨੇ, ਨਾਮ ਤੀਰਥ ਹੈ, ਗਿਆਨ ਤੀਰਥ ਹੈ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੈ ਕੇ ਰੰਗ। ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਉਪਦੇਸ਼ ਦੇ ਨਾਲ, ਗਿਆਨ ਦੇ ਨਾਲ ਆਪਣੀ ਮੱਤ ਨੂੰ ਧੋਣਾ। ਤਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਅਸੀਂ ਗੁਰੂ ਤੋਂ ਸੱਚਾ ਗਿਆਨ ਹਾਸਲ ਕਰਦੇ ਹਾਂ, ਸੱਚੀ ਸਿੱਖਿਆ ਗੁਰੂ ਦੀ ਸੁਣਦੇ ਹਾਂ ਸੁਰਤ ਕਰਕੇ, ਤਾਂ ਸਮਝ ਪੈ ਜਾਂਦੀ ਹੈ ਤੀਰਥਾਂ ਤੇ ਨਹਾਉਣਾ ਵਿਅਰਥ ਹੈ, ਤੀਰਥਾਂ ਤੇ ਮੈਨੂੰ ਨਹਾਉਣ ਦੀ ਲੋੜ ਨਹੀਂ ਹੈ। ਗੁਰੂ ਦਾ ਗਿਆਨ ਹੀ ਮੇਰੇ ਵਾਸਤੇ ਤੀਰਥ ਹੈ। ਇਸ ਗੁਰੂ ਦੇ ਗਿਆਨ ਰਾਹੀਂ ਮੈਂ ਆਪਣੀ ਮੱਤ ਔਰ ਬੁੱਧੀ ਨੂੰ, ਆਪਣੀ ਸੋਚ ਨੂੰ ਧੋਣਾ ਹੈ। ਤਾਂ ਇਹਦਾ ਮਤਲਬ ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ, ਮੇਰੇ ਵਿੱਚ ਵੀ, ਤੁਹਾਡੇ ਸਾਰਿਆਂ ਵਿੱਚ ਵੀ, ਕਿ ਅਸੀਂ ਗੁਰੂ ਦੇ ਗਿਆਨ ਰਾਹੀਂ ਆਪਣੀ ਸੁਰਤ ਨੂੰ, ਆਪਣੀ ਮੈਂਟੈਲਿਟੀ ਨੂੰ ਧੋਈਏ, ਆਪਣੇ ਬੋਲਾਂ ਨੂੰ ਨਿਰਮਲ ਕਰੀਏ, ਆਪਣੇ ਵਿਹਾਰ ਨੂੰ ਸਾਫ਼ ਸੁਥਰਾ ਕਰੀਏ, ਆਪਣੀ ਮਾਨਸਿਕਤਾ ਨੂੰ ਸਾਫ਼ ਸੁਥਰੀ ਕਰੀਏ, ਔਰ ਆਪਣੇ ਮਨ ਨੂੰ ਸਾਫ਼ ਸੁਥਰਾ ਕਰੀਏ। ਜਦੋਂ ਮਨ ਸਾਫ਼ ਹੋ ਜਾਏਗਾ ਨਾ, ਤਾਂ ਬੋਲ ਵੀ ਸਾਫ਼ ਹੋ ਜਾਣਗੇ। ਜਦੋਂ ਮਨ ਅੰਦਰ ਪਿਆਰ ਹੋਏਗਾ, ਬੋਲਾਂ ਵਿੱਚ ਵੀ ਪਿਆਰ ਆ ਜਾਏਗਾ। ਮਨ ਅੰਦਰ ਸੱਚਾਈ ਹੋਏਗੀ, ਵਿਹਾਰ ਵਿੱਚ ਵੀ ਸੱਚਾਈ ਆ ਜਾਏਗੀ। ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਪਵੇਗੀ, ਸਚਿਆਰ ਹੋ ਜਾਓ। ਸੁਣਿਆ ਪੜ ਪੜ ਪਾਵੇਂ ਮਾਨ, ਸੁਣਨ ਦੇ ਨਾਲ ਉਹ ਮਾਨ ਮਿਲ ਜਾਂਦਾ ਜੋ ਪੜ੍ਹ ਪੜ ਕੇ ਪਾਉਂਦੇ ਨੇ। ਹੁਣ ਦੇਖੋ, ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਮਾਣ ਮਿਲਦਾ ਹੈ। ਜਿਹੜੇ ਐਜੂਕੇਟ ਲੋਕ ਨੇ, ਚੰਗੀ ਵਿੱਦਿਆ ਹਾਸਲ ਕੀਤੀ ਹੈ ਦੁਨਿਆਵੀ ਤੌਰ ਤੇ, ਉਹਨਾਂ ਨੂੰ ਮਾਣ ਮਿਲਦਾ ਹੈ। ਪੜ੍ਹਿਆਂ ਲਿਖਿਆਂ ਨੇ ਮਾਣ ਪਾਇਆ ਹੈ। ਕਿਉਂ? ਕਿ ਉਹਨਾਂ ਦੀ ਮੱਤ ਦਾ ਵਿਕਾਸ ਹੋਇਆ ਹੈ, ਔਰ ਉਹ ਮਾਣ ਪਾਉਂਦੇ ਨੇ ਜੋ ਚੰਗੀ ਜ਼ਿੰਦਗੀ ਜੀਂਦੇ ਨੇ। ਨਹੀਂ ਤੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਨੇ ਜਿਨ੍ਹਾਂ ਨੇ ਉਸ ਗਿਆਨ ਤੇ ਅਮਲ ਨਹੀਂ ਕੀਤਾ, ਤੇ ਉਹਨਾਂ ਨੂੰ ਵੀ ਥਾਂ ਥਾਂ ਤੇ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਉਹਨਾਂ ਦੇ ਉੱਤੇ ਵੀ ਰਿਸ਼ਵਤ ਆਦਿਕ ਦੇ ਕੇਸ ਵਗੈਰਾ ਚੱਲਦੇ ਰਹਿੰਦੇ ਨੇ। ਤਾਂ ਸੁਣਨ ਦੇ ਨਾਲ ਔਰ ਗੁਰੂ ਦੀ ਸਿੱਖਿਆ ਨੂੰ ਪੜ੍ਹਨ ਦੇ ਨਾਲ ਮਾਣ ਮਿਲਦਾ ਹੈ। ਕਿਵੇਂ ਮਾਣ ਮਿਲੇਗਾ? ਜੇ ਅਸੀਂ ਸੱਚੀ ਸਿੱਖਿਆ ਨੂੰ ਸੁਣਾਂਗੇ ਔਰ ਪੜਾਂਗੇ। ਪੜ੍ਹਨ ਦਾ ਪੜ੍ਹ ਕੇ ਦਾ ਮਤਲਬ ਵਿਚਾਰ ਕੇ, ਵਿਚਾਰ ਮੰਡਲ ਦੇ ਵਿੱਚ ਵਸਾ ਕੇ। ਤਾਂ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਸੁਣਾਂਗੇ, ਸੁਣਨ ਦੇ ਨਾਲ, ਗੁਰੂ ਦੀ ਸਿੱਖਿਆ ਨੂੰ ਵਿਚਾਰਨ ਦੇ ਨਾਲ ਮਾਣ ਪਾਇਆ ਜਾ ਸਕਦਾ ਹੈ, ਆਦਰ ਪਾਇਆ ਜਾ ਸਕਦਾ ਹੈ ਗੁਰੂ ਦੇ ਦਰ ਤੋਂ, ਸੰਸਾਰ ਦੇ ਅੰਦਰ ਹਰ ਥਾਂ ਦੇ ਉੱਤੇ। ਤਾਂ ਜੇ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋਈਏ,
ਤਾਂ ਜੋ ਇਹਨਾਂ ਗੁਣਾਂ ਦਾ ਧਾਰਨੀ ਹੈ, ਮਨ ਬਚਨ ਕਰਮ ਕਰਕੇ ਜਿੱਥੇ ਵੀ ਜਾਏਗਾ ਉਹਨੂੰ ਸਤਿਕਾਰ ਮਿਲੇਗਾ, ਕਿਉਂਕਿ ਉਹਨੇ ਨਿਰਾਦਰ ਵਾਲਾ ਕੰਮ ਹੀ ਨਹੀਂ ਕਰਨਾ ਜਿਹਦੇ ਨਾਲ ਬੇਇੱਜ਼ਤੀ ਹੋਏ। ਜੇ ਉਹ ਕਿਤੇ ਔਰਤਾਂ ਵਿੱਚ ਬੈਠਾ ਹੈ ਜਾਂ ਵਿਚਰ ਰਿਹਾ ਹੈ ਤਾਂ ਉਹ ਹਰ ਔਰਤ ਨੂੰ ਆਪਣੀ ਧੀ ਭੈਣ ਔਰ ਮਾਂ ਦੀ ਤਰ੍ਹਾਂ ਸਮਝੇਗਾ। ਜੇ ਪੁਰਸ਼ਾਂ ਵਿੱਚ ਵਿਚਰ ਰਿਹਾ ਹੈ ਤਾਂ ਉੱਥੇ ਹਰ ਇੱਕ ਨੂੰ ਆਪਣਾ ਭਰਾ ਆਦਿਕ ਸਮਝੇਗਾ, ਸੱਚਾ ਸੁੱਚਾ ਉਹਦਾ ਵਿਹਾਰ ਹੋਏਗਾ। ਜੇ ਕਿਤੇ ਕੁਰਸੀ ਤੇ ਬੈਠਾ ਹੈ, ਆਫੀਸਰ ਹੈ, ਤਾਂ ਉਹ ਰਿਸ਼ਵਤ ਆਦਿਕ ਨਹੀਂ ਲਵੇਗਾ। ਜੇ ਉਹ ਵਪਾਰੀ ਹੈ, ਦੁਕਾਨਦਾਰ ਹੈ, ਤਾਂ ਉਹ ਸੱਚੇ ਸੁੱਚੇ ਕੰਮ ਕਰੇਗਾ, ਤਾਂ ਉਹਨੂੰ ਮਾਨ ਮਿਲੇਗਾ ਜਿਹਦੇ ਵਿੱਚ ਸੰਤੋਖ ਹੋਏਗਾ, ਜਿਹਦੇ ਵਿੱਚ ਗਿਆਨ ਹੋਏਗਾ, ਜਿਹਦਾ ਆਚਰਨ ਉੱਚਾ ਹੋਏਗਾ, ਜਿਹਦੀ ਮੱਤ ਸਾਫ਼ ਹੋਵੇਗੀ, ਜੋ ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰ ਰਿਹਾ ਹੈ, ਉਹਨੂੰ ਹਰ ਥਾਂ ਤੇ ਮਾਣ ਮਿਲੇਗਾ। ਤਾਂ ਜੇ ਸਾਨੂੰ ਕਿਤੇ ਮਾਣ ਨਹੀਂ ਮਿਲਿਆ ਤਾਂ ਫਿਰ ਸਾਨੂੰ ਦੂਜਿਆਂ ਤੇ ਦੋਸ਼ ਨਹੀਂ ਦੇਣਾ ਚਾਹੀਦਾ। ਸਾਨੂੰ ਆਪਣੇ ਜੀਵਨ ਵੱਲ ਝਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਕਿ ਕੀ ਮੈਂ ਮਾਣ ਔਰ ਆਦਰ ਲੈਣ ਦਾ ਹੱਕਦਾਰ ਹੈ? ਕੀ ਮੇਰਾ ਲੋਕਾਂ ਦੇ ਨਾਲ ਵਿਹਾਰ ਗੁਰਮਤ ਵਾਲਾ ਹੈ? ਅਸੀਂ ਕਹਿੰਦੇ ਹਾਂ ਵੀ ਲੋਕ ਚੰਗੇ ਨਹੀਂ, ਜ਼ਮਾਨਾ ਬੜਾ ਭੈੜਾ ਆ ਗਿਆ, ਤੇ ਬੰਦਾ ਪੁੱਛੇ ਵੀ ਤੂੰ ਕਿਹੜਾ ਮੋਦੀਖਾਨਾ ਖੋਲ ਕੇ ਬੈਠਾ ਲੋਕਾਂ ਵਾਸਤੇ ਪਰਉਪਕਾਰ ਕਰਨਾ? ਲੋਕ ਬੜੇ ਬੁਰੇ ਨੇ, ਲੋਕ ਕਿਸੇ ਦਾ ਭਲਾ ਨਹੀਂ ਕਰਦੇ। ਤੇ ਜੇ ਪੁੱਛੀ ਭਾਈ ਸਾਹਿਬ ਤੁਸੀਂ ਕਿੰਨਾ ਕੁ ਭਲਾ ਕਰਦੇ ਹੋ, ਆਪ ਕਿੱਥੇ ਖੜੇ ਹੋ, ਵੇਖੋ ਤਾਂ ਸਹੀ। ਤਾਂ ਜੇ ਸਾਨੂੰ ਮਾਣ ਨਹੀਂ ਕਿਤੇ ਮਿਲਿਆ ਤਾਂ ਜਿਸਨੇ ਮਾਣ ਨਹੀਂ ਦਿੱਤਾ ਉਹਦੇ ਵੱਲ ਸੋਚਣ ਦੀ ਬਜਾਏ ਸਾਨੂੰ ਪਹਿਲਾਂ ਆਪ ਸੋਚਣਾ ਚਾਹੀਦਾ ਹੈ ਕਿ ਕੀ ਮੈਂ ਮਾਣ ਦਾ ਹੱਕਦਾਰ ਹਾਂ? ਕੀ ਮੇਰੇ ਵਿਹਾਰ ਵਿੱਚ, ਮੇਰੇ ਬੋਲਾਂ ਵਿੱਚ ਕਿਤੇ ਖਰਵਾਪਨ ਤੇ ਨਹੀਂ, ਕਿਤੇ ਈਗੋ ਹੰਕਾਰ ਤੇ ਨਹੀਂ, ਕਿਤੇ ਈਰਖਾ ਔਰ ਦੁਆਸ਼ ਤੇ ਨਹੀਂ? ਤਾਂ ਜਿਹੜਾ ਬੰਦਾ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੇਗਾ, ਜਿੱਥੇ ਵੀ ਜਾਏਗਾ ਉਹਨੂੰ ਮਾਣ ਮਿਲੇਗਾ। ਦੇਖੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਚਾਹੇ ਭਾਜਪਾਈਆਂ ਦਾ ਆ ਜਾਏ, ਅਕਾਲੀਆਂ ਦਾ ਆ ਜਾਏ, ਕਾਂਗਰਸੀਆਂ ਦਾ ਆ ਜਾਏ, ਕਿਸੇ ਹੋਰ ਪਾਰਟੀ ਦਾ ਆ ਜਾਏ, ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਭਗਤ ਪੂਰਨ ਸਿੰਘ ਦੇ ਕੱਦ ਨੂੰ 1 ਇੰਚ ਵੀ ਨੀਵਾਂ ਕਰ ਸਕਦਾ ਹੈ? ਕੋਈ ਵੀ ਨਹੀਂ ਕਰ ਸਕਦਾ। ਕਿਉਂ? ਕਿ ਭਗਤ ਪੂਰਨ ਸਿੰਘ ਦਾ ਜੀਵਨ ਹੀ ਐਸਾ ਉੱਚਾ, ਆਚਰਨ ਆਦਰਸ਼ ਐਸਾ ਉੱਚਾ ਹੈ, ਉਹ ਜਿੱਥੇ ਵੀ ਜਾਏਗਾ ਉਹਨੂੰ ਮਾਣ ਮਿਲੇਗਾ। ਭਾਈ ਕਨਈਆ ਜੀ ਜਿੱਥੇ ਜਾਣਗੇ ਮਾਣ ਮਿਲੇਗਾ, ਭਾਈ ਮਤੀ ਦਾਸ ਸਤੀਦਾਸ ਜਾਣਗੇ ਜਿੱਥੇ ਮਾਣ ਮਿਲੇਗਾ। ਕਹਿਣ ਤੋਂ ਭਾਵ ਕਿ ਜਿਹੜਾ ਇਨਸਾਨ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਮੰਨਦਾ ਹੈ, ਉਹਨੂੰ ਮਾਣ ਮਿਲਦਾ ਹੈ। ਤਾਂ ਜੇ ਅਸੀਂ ਮਾਣ, ਆਦਰ, ਸਤਿਕਾਰ ਪਾਣਾ ਚਾਹੁੰਦੇ ਹਾਂ, ਪ੍ਰੇਮ ਪਾਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰੂ ਦੀ ਸਿੱਖਿਆ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ। ਸੁਣੈ ਲਾਗੈ ਸਹਿਜ ਧਿਆਨ। ਹੁਣ ਇੱਥੇ ਸਹਿਜ ਦੇ ਜੱਜੇ ਨਾਲ ਸਿਹਾਰੀ ਲੱਗੀ ਹੋਈ ਹੈ। ਇਹਦਾ ਅਰਥ ਹੈ ਸਹਿਜ ਵਿੱਚ। ਲਾਗੈ ਦਾ ਮਤਲਬ ਲੱਗ ਜਾਂਦਾ ਹੈ, ਧਿਆਨ ਦਾ ਮਤਲਬ ਧਿਆਨ। ਆਮ ਲੋਕ ਕਹਿੰਦੇ ਨੇ ਕਿ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਦੇਖੋ ਜਿਹੜੇ ਲੋਕ ਚਾਹੁੰਦੇ ਨੇ ਮੈਡੀਟੇਸ਼ਨ ਕਰਨ, ਲੇਕਿਨ ਅਸਲੀ ਮੈਡੀਟੇਸ਼ਨ ਹੈ ਕੀ? ਅਸਲੀ ਸਮਾਧੀ ਹੈ ਕੀ? ਅਸਲੀ ਧਿਆਨ ਹੈ ਕੀ? ਲੱਗਣਾ ਕਿੱਥੇ ਚਾਹੀਦਾ ਹੈ? ਆਮ ਕਹਿੰਦੇ ਨੇ ਜੀ ਜਦੋਂ ਅਸੀਂ ਬਵੀਏ ਧਿਆਨ ਲਾਈਏ, ਤੇ ਧਿਆਨ ਕਿੱਥੇ ਲਾਈਏ? ਕਿਸੇ ਫੋਟੋ ਤੇ ਲਾਈਏ ਜਾਂ ਕਿੱਥੇ ਲਾਈਏ? ਤਾਂ ਇੱਥੇ ਸਹਿਜ ਦੇ ਅੰਦਰ ਧਿਆਨ ਲਾਣਾ ਹੈ, ਸਹਿਜ ਵਿੱਚ। ਸੁਣਿਆ ਲਾਗੈ ਸਹਿਜ ਧਿਆਨ। ਯਾਦ ਰੱਖਣਾ, ਸਿੱਖ ਦੀ ਸਮਾਧੀ ਬੰਦ ਅੱਖਾਂ ਦੀ ਨਹੀਂ ਹੈ, ਸਿੱਖ ਦੀ ਸਮਾਧੀ ਖੁੱਲੀਆਂ ਅੱਖਾਂ ਦੀ ਹੈ। ਅਸੀਂ ਅੱਖਾਂ ਬੰਦ ਨਹੀਂ ਕਰਨੀਆਂ, ਅੱਖਾਂ ਖੋਲਣੀਆਂ ਨੇ। ਮੈਂ ਹੈਰਾਨ ਹੁੰਨਾ ਕਈ ਵਾਰ ਗੁਰਦੁਆਰਾ ਸਾਹਿਬ ਜਾਈਏ ਤੇ ਰਾਗੀ ਸਿੰਘ ਜਿਹੜੇ ਵੀਰ ਨੇ ਅੱਖਾਂ ਬੰਦ ਕਰਕੇ ਕੀਰਤਨ ਕਰ ਰਹੇ। ਚੌਰ ਸਾਹਿਬ ਵਾਲੇ ਵੀਰ ਨੇ ਅੱਖਾਂ ਬੰਦ ਕੀਤੀਆਂ ਨੇ, ਸੰਗਤ ਅੱਖਾਂ ਬੰਦ ਕਰਕੇ ਬੈਠੀ ਹੈ, ਤੇ ਬਹੁਤੇ ਥਾਵਾਂ ਤੇ ਬੱਤੀ ਵੀ ਬੰਦ ਕਰ ਦਿੱਤੀ ਜਾਂਦੀ, ਲਾਈਟ ਵੀ ਬੰਦ ਕਰ ਦਿਓ। ਹੁਣ ਜੇ ਗੁਰਦੁਆਰੇ ਆਣ ਕੇ ਵੀ ਅੱਖਾਂ ਬੰਦ ਕਰੋਗੇ ਤੇ ਅੱਖਾਂ ਖੋਲੋਗੇ ਕਿੱਥੇ? ਇੱਥੇ ਅੱਖਾਂ ਬੰਦ ਨਹੀਂ ਕਰਨੀਆਂ, ਅੱਖਾਂ ਖੋਲਣੀਆਂ ਨੇ। ਗੁਰਦੁਆਰੇ ਸਾਹਿਬਾਨ ਅੱਖਾਂ ਬੰਦ ਕਰਨ ਵਾਸਤੇ ਨਹੀਂ, ਇੱਥੇ ਸਾਵਧਾਨ ਇਕਾਗਰ ਚੀਤ ਹੋਣਾ ਹੈ। ਧੌਣਾ ਸੁੱਟ ਕੇ ਨਹੀਂ ਬਹਿਣਾ, ਰੀੜ ਦੀ ਹੱਡੀ ਖੜੀ ਹੋਵੇ, ਸਾਵਧਾਨ ਹੋਵੋ, ਅੱਖਾਂ ਖੁੱਲੀਆਂ ਹੋਣ। ਅਸੀਂ ਅੱਖਾਂ ਬੰਦ ਕਰ ਲਈਆਂ, ਸਾਨੂੰ ਸਿਖਾਇਆ ਗਿਆ ਸਮਾਧੀਆਂ ਲਾਓ, ਅੱਖਾਂ ਬੰਦ ਕਰੋ, ਲਾਈਟਾਂ ਬੰਦ ਕਰੋ। ਤੇ ਯਾਦ ਰੱਖਣਾ, ਲਾਈਟਾਂ ਬੰਦ ਕੌਣ ਕਰਦਾ ਹੈ? ਚਾਨਣ ਕਿਹਨੂੰ ਨਹੀਂ ਚੰਗਾ ਲੱਗਦਾ?
ਦੁਨੀਆ ਵਿੱਚ ਇੱਕ ਜੰਤੂ ਐਸਾ ਹੈ ਜਿਹਨੂੰ ਚਾਨਣ ਨਹੀਂ ਚੰਗਾ ਲੱਗਦਾ। ਕੌਣ ਹੈ ਭਲਾ? ਹਾਂ, ਤਾਂ ਅੱਖਾਂ ਬੰਦ ਨਾ ਕਰੋ, ਅੱਖਾਂ ਖੋਲੋ। ਅਸੀਂ ਅੱਖਾਂ ਬੰਦ ਕਰ ਲਈਆਂ। ਸਾਡੇ ਬਾਬਿਆਂ ਸਾਨੂੰ ਸਮਾਧੀਆਂ ਵੱਲ ਪ੍ਰੇਰ ਦਿੱਤਾ, ਮਾਲਾ ਫੇਰੋ, ਅੱਖਾਂ ਬੰਦ ਕਰੋ। ਸਾਡੇ 70-75% ਨੌਜਵਾਨ ਨਸ਼ਿਆਂ ਵਿੱਚ ਖਚਤ ਹੋ ਗਏ। ਅਸੀਂ ਅੱਖਾਂ ਬੰਦ ਕਰ ਲਈਆਂ। ਪੰਜਾਬ ਵਿੱਚ ਦੇਹਧਾਰੀਆਂ ਦੇ ਡੇਰਿਆਂ ਦੀ ਭਰਮਾਰ ਹੋ ਗਈ। ਹੁਣੇ ਹੀ ਇੱਕ ਨਵੀਂ ਵੀਡੀਓ ਆਈ ਸੀ ਕਿ ਕੋਈ ਪਾਸਟਰ ਕਹਿੰਦਾ ਉਹਨੂੰ ਆਣ ਕੇ, ਇੱਕ ਬੱਚਾ ਬਿਮਾਰ ਹੈ, ਕਿ ਤੁਹਾਡਾ ਇਹ ਮਰੀਜ਼ ਠੀਕ ਹੋ ਸਕਦਾ ਹੈ, ਕਿਰਪਾਨ ਲਾਓ ਤੇ ਤੁਸੀਂ ਸਾਡੇ ਕੋਲ ਆਓ। ਅਸੀਂ ਅੱਖਾਂ ਬੰਦ ਕਰ ਲਈਆਂ। ਸਾਡੇ ਨੌਜਵਾਨ ਬੱਚੇ ਔਰ ਅਸੀਂ ਆਪ ਨਸ਼ਿਆਂ ਵਿੱਚ ਖਚਤ ਹੋ ਗਏ। ਅਸੀਂ ਅੱਖਾਂ ਬੰਦ ਕਰ ਲਈਆਂ। ਸਾਡੇ 80% ਨੌਜਵਾਨ ਬੱਚਿਆਂ ਨੇ ਕੇਸਾਂ ਦੀ ਬੇਅਦਬੀ ਕਰ ਦਿੱਤੀ। ਅਸੀਂ ਅੱਖਾਂ ਬੰਦ ਕਰ ਲਈਆਂ। ਦੇਹਧਾਰੀ ਡੇਰਿਆਂ ਨੇ, ਗੁਰੂਆਂ ਨੇ ਸਾਡੇ ਉੱਤੇ ਜਾਲ ਪਾ ਲਿਆ। ਅਸੀਂ ਅੱਖਾਂ ਬੰਦ ਕਰ ਲਈਆਂ। ਅਸੀਂ ਰਾਜਨੀਤਿਕ ਤੌਰ ਤੇ ਪਿਛੜ ਗਏ। ਸਮਾਜਿਕ ਤੌਰ ਤੇ ਜਾਤੀਵਾਦ ਸਾਡੇ ਅੰਦਰ ਵੜ ਗਿਆ। ਸਾਡੇ ਅੰਦਰ ਕਈ ਸਾਰੇ ਵਿਕਾਰ ਆ ਗਏ, ਕਿਉਂਕਿ ਅਸੀਂ ਅੱਖਾਂ ਬੰਦ ਕੀਤੀਆਂ ਨੇ, ਧਿਆਨ ਲਾ ਰਹੇ ਹਾਂ। ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਸਿੱਖਿਆ ਨੂੰ ਸੁਣੋ, ਅੱਖਾਂ ਖੋਲੋ, ਗਿਆਨ ਦੇ ਨਾਲ ਇਸ ਸੰਸਾਰ ਨੂੰ ਵੇਖੋ ਕਿ ਅਸੀਂ ਕਿਹੜੇ ਰਾਹਾਂ ਤੇ ਜਾ ਰਹੇ ਹਾਂ। ਅੱਖਾਂ ਬੰਦ ਕਰਕੇ ਨਾ ਤੁਰੇ ਜਾਓ। ਜਦੋਂ ਕੋਈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ ਨਾ, ਸੁਣਨ ਦੇ ਨਾਲ ਕੀ ਹੁੰਦਾ ਹੈ? ਲਾਗੇ ਸਹਿਜ ਧਿਆਨ। ਇੱਥੇ ਸਹਿਜ ਦੇ ਜੱਦੇ ਨਾਲ ਸਿਹਾਰੀ ਹੈ। ਸਹਿਜ ਵਿੱਚ ਧਿਆਨ ਲੱਗ ਜਾਂਦਾ ਹੈ, ਸੁਰਤ ਜੁੜ ਜਾਂਦੀ ਹੈ, ਲਿਵ ਲੱਗ ਜਾਂਦੀ ਹੈ। ਤੇ ਸਹਿਜ ਦਾ ਮੀਨਿੰਗ ਕੀ ਹੈ? ਸਹਿਜ ਦਾ ਮੀਨਿੰਗ ਐਵੇਂ ਡੋਨੂ ਵੱਟਾ ਬਣ ਕੇ ਬਹਿ ਜਾਣਾ ਨਹੀਂ ਹੈ। ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮੈਂਟੈਲਿਟੀ ਵਿੱਚ ਵੀ ਸੱਚ, ਬੋਲਾਂ ਵਿੱਚ ਵੀ ਸੱਚ, ਵਿਹਾਰ ਦੇ ਅੰਦਰ ਵੀ ਸੱਚ। ਉਹਦੇ ਮਨ, ਬਚਨ ਔਰ ਕਰਮ ਦੀ ਇਕਸਾਰਤਾ ਹੋ ਜਾਂਦੀ ਹੈ। ਉਹ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਉਹਦੀ ਸੁਰਤ ਆਤਮਿਕ ਅਡੋਲਤਾ ਦੇ ਅੰਦਰ ਟਿਕ ਜਾਂਦੀ ਹੈ। ਤਾਂ ਇਹ ਕੰਡੀਸ਼ਨ ਬਣ ਜਾਂਦੀ ਹੈ, ਯਾਨੀ ਉਹ ਮਨ, ਬਚਨ ਔਰ ਕਰਮ ਕਰਕੇ ਇੱਕ ਹੋ ਜਾਂਦਾ ਹੈ। ਹੁਣ ਦੇਖੋ, ਅਸੀਂ ਜਪਜੀ ਸਾਹਿਬ ਸੁਣ ਰਹੇ ਹਾਂ। ਮੇਰੀ ਉਮਰ ਹੋ ਗਈ 61-62 ਸਾਲ। ਤਾਂ ਜੇ ਮੈਂ ਇਹ ਮੰਨਾਂ ਕਿ 10 ਸਾਲ ਦੀ ਉਮਰ ਤੋਂ ਮੈਂ ਸੁਣਨਾ ਸ਼ੁਰੂ ਕੀਤਾ, ਤਾਂ ਵੀ 50-52 ਸਾਲ ਤਾਂ ਮੈਨੂੰ ਸੁਣਦਿਆਂ ਹੋ ਗਏ ਜਾਂ ਪੜ੍ਹਦਿਆਂ ਹੋ ਗਏ। ਤੁਹਾਡੀ ਜਿੰਨੀ ਉਮਰ ਹੈ, ਜੇ 10 ਸਾਲ ਤੋਂ ਵੀ ਸ਼ੁਰੂ ਕੀਤਾ ਜਾਂ 5 ਸਾਲ ਤੋਂ, ਕਈ ਛੋਟੇ ਬਚਪਨ ਤੋਂ ਸ਼ੁਰੂ ਕਰ ਦਿੰਦੇ ਨੇ, ਜਿੰਨੇ ਵੀ ਸਾਲ ਹੋ ਗਏ ਸੁਣਦਿਆਂ ਜਾਂ ਪੜ੍ਹਦਿਆਂ, ਕੀ ਮਨ, ਬਚਨ ਔਰ ਕਰਮ ਦੇ ਅੰਦਰ ਇਕਸਾਰਤਾ ਆਈ ਹੈ? ਅੰਦਰੋਂ ਬਾਹਰੋਂ ਇੱਕ ਹੋਏ ਆ? ਮਾਨਸਿਕਤਾ ਵੀ ਗੁਰਬਾਣੀ ਵਰਗੀ ਹੋਵੇ, ਬੋਲ ਵੀ ਗੁਰਬਾਣੀ ਵਾਲੇ ਹੋ ਗਏ ਹੋਣ, ਵਿਹਾਰ ਵੀ ਗੁਰਬਾਣੀ ਵਰਗਾ ਹੋ ਗਿਆ ਹੋਵੇ, ਤਾਂ ਸਮਝ ਲਓ ਅਸੀਂ ਜਪਜੀ ਸਾਹਿਬ ਸੁਣ ਲਿਆ। ਤੇ ਜੇ ਐਸਾ ਨਹੀਂ ਹੋਇਆ ਤਾਂ ਇਹਦਾ ਮਤਲਬ ਸੁਣਿਆ ਨਹੀਂ। ਮੈਂ ਨਿੱਕੀ ਜੀ ਕਹਾਣੀ ਤੁਹਾਨੂੰ ਸੁਣਾ ਦਿਆਂ। ਇੱਕ ਮੂਰਤੀਆਂ ਵੇਚਣ ਵਾਲਾ ਬੰਦਾ ਮੂਰਤੀਆਂ ਵੇਚ ਰਿਹਾ ਸੀ, ਸੰਗਮਰਮਰ ਦੀਆਂ ਮੂਰਤੀਆਂ, ਤੇ ਵੇਚ ਰਿਹਾ ਸੀ ਮੂਰਤੀ 500 ਦੀ, 5000 ਦੀ ਔਰ 50000 ਦੀ। ਇੱਕੋ ਹੀ ਪੱਥਰ ਦੀਆਂ ਮੂਰਤੀਆਂ ਬਣੀਆਂ ਨੇ, ਇੱਕੋ ਹੀ ਆਕਾਰ ਹੈ, ਇੱਕੋ ਹੀ ਰੰਗ ਡਿਜ਼ਾਈਨ ਹੈ। ਤੇ ਬਾਦਸ਼ਾਹ ਦੇ ਕੋਲ ਇਹਨੂੰ ਬੁਲਾਇਆ ਗਿਆ ਤੇ ਬਾਦਸ਼ਾਹ ਨੇ ਪੁੱਛਿਆ ਕਿ ਇੱਕ ਹੀ ਪੱਥਰ, ਇੱਕੋ ਹੀ ਕਾਰੀਗਰ, ਇੱਕੋ ਹੀ ਰੰਗ, ਇੱਕੋ ਹੀ ਡਿਜ਼ਾਈਨ, ਤੇ ਇੱਕ ਮੂਰਤੀ 500 ਦੀ, ਇੱਕ 5000 ਦੀ, ਇੱਕ 50000 ਦੀ, ਇਹਦਾ ਕਾਰਨ ਕੀ ਹੈ? ਕਹਿਣ ਲੱਗਾ ਬਾਦਸ਼ਾਹ, ਇਹ ਕਾਰਨ ਕੁਛ ਵੱਖਰਾ ਹੀ ਹੈ, ਤੇ ਇਹਨੂੰ ਕੋਈ ਬਹੁਤ ਸਿਆਣਾ ਜਿਹੜਾ ਬੰਦਾ ਹੈ ਤੇਰੇ ਦਰਬਾਰ ਦੇ ਅੰਦਰ, ਉਹ ਵੇਖ ਲਵੇ ਤੇ ਪਛਾਣ ਲਵੇ ਕਾਰਨ ਕੀ ਹੈ। ਉਹਨੇ ਆਪਣੇ ਵਜ਼ੀਰਾਂ ਨੂੰ ਕਿਹਾ, ਬਹੁਤ ਉਹਨਾਂ ਨੇ ਜ਼ੋਰ ਲਗਾਇਆ, ਕੋਈ ਕਿਸੇ ਨੂੰ ਪਤਾ ਨਹੀਂ ਲੱਗਾ। ਇੱਕ ਸਿਆਣਾ ਵਜ਼ੀਰ ਸੀ, ਕਹਿਣ ਲੱਗਾ ਜੀ ਇਹ ਮੂਰਤੀਆਂ ਮੈਨੂੰ ਇੱਕ ਦਿਨ ਵਾਸਤੇ ਮਿਲ ਸਕਦੀਆਂ ਨੇ? ਮੈਂ ਕੱਲ ਜਵਾਬ ਦਿਆਂਗਾ। ਉਹਨੇ ਮੂਰਤੀਆਂ ਨੂੰ ਘਰ ਲਿਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ, ਪਰ ਉਹਨੂੰ ਕੁਝ ਪਤਾ ਨਹੀਂ ਲੱਗਿਆ। ਆਖਿਰ ਰਾਤ ਨੂੰ ਜਦੋਂ ਉਹਨੇ ਦੀਵਾ ਜਗਾ ਕੇ ਵੇਖਿਆ ਨਾ, ਰੱਖਿਆ, ਤੇ ਵੇਖਿਆ ਵੀ ਸਾਰੀਆਂ ਜਿਹੜੀਆਂ ਮੂਰਤੀਆਂ ਨੇ ਨਾ, ਦੋ ਮੂਰਤੀਆਂ ਦਾ ਪਰਛਾਵਾਂ ਪੈ ਰਿਹਾ ਹੈ, ਤੇ ਇੱਕ ਮੂਰਤੀ ਦੇ ਪਰਛਾਵੇਂ ਦੇ ਵਿੱਚ ਨਿੱਕਾ ਜਿਹਾ ਬਿੰਦੂ ਚਾਨਣ ਦਾ ਹੈ। ਮੂਰਤੀ ਦੇ ਵਿੱਚੋਂ ਚਾਨਣ ਪਾਰ ਹੋ ਰਿਹਾ ਸੀ। ਇਹਨੇ ਇੱਕ ਪਤਲੀ ਜੀ ਤਾਰ ਲਈ
ਤੇ ਪਤਲੀ ਜੀ ਤਾਰ ਲੈ ਕੇ ਇਸ ਮੂਰਤੀ ਦੇ ਕੰਨ ਦੇ ਵਿੱਚ ਪਾਈ ਤੇ ਉਹ ਤਾਰ ਦੂਜੇ ਕੰਨ ਚੋਂ ਪਾਰ ਹੋ ਗਈ। ਫਿਰ ਇਹਨੇ ਦੂਜੀ ਮੂਰਤੀ ਦੇ ਕੰਨ ਦੇ ਵਿੱਚ ਤਾਰ ਪਾਈ। ਜਿਵੇਂ ਜਿਵੇਂ ਤਾਰ ਪਾਉਂਦਾ ਗਿਆ, ਉਹ ਤਾਰ ਇਸ ਮੂਰਤੀ ਦੇ ਮੂੰਹ ਦੇ ਵਿੱਚੋਂ ਬਾਹਰ ਆ ਗਈ, ਮੂੰਹ ਚੋਂ ਬਾਹਰ ਆ ਗਈ। ਤੀਜੀ ਮੂਰਤੀ ਦੇ ਕੰਨ ਦੇ ਵਿੱਚ ਤਾਰ ਪਾਈ ਤੇ ਉਹ ਤਾਰ ਕੰਨ ਦੇ ਰਾਹੀਂ ਉਹਦੇ ਅੰਦਰ ਚਲੀ ਗਈ। ਇਹ ਵਜ਼ੀਰ ਬਹੁਤ ਖੁਸ਼ ਹੋਇਆ ਔਰ ਇਸ ਬਾਦਸ਼ਾਹ ਦੇ ਕੋਲ ਗਿਆ ਤੇ ਜਾ ਕੇ ਦਰਬਾਰ ਵਿੱਚ ਕਹਿਣ ਲੱਗਾ, ਬਾਦਸ਼ਾਹ ਜੀ ਇਹ ਮੂਰਤੀ 500 ਦੀ ਹੈ, ਪੱਥਰ ਬੇਸ਼ੱਕ ਬਰਾਬਰ ਲੱਗਾ ਹੈ, ਪਰ ਇਹਦਾ 500 ਦੇਣਾ ਵੀ ਬੇਕਾਰ ਹੈ, ਕਿਉਂਕਿ ਇਹ ਮੂਰਤੀ ਘਾੜਾ ਇੱਕ ਪ੍ਰਤੀਕ ਲੈ ਕੇ ਆਇਆ ਹੈ। ਇਹ ਉਸ ਬੰਦੇ ਦਾ ਪ੍ਰਤੀਕ ਹੈ ਜਿਹੜਾ ਇੱਕ ਕੰਨ ਤੋਂ ਸੁਣਦਾ ਹੈ ਤੇ ਦੂਜੇ ਤੋਂ ਕੱਢ ਦਿੰਦਾ, ਉਹਦੀ ਕੋਈ ਵੈਲਿਊ ਨਹੀਂ। 500 ਵੀ ਜ਼ਿਆਦਾ ਹੈ। ਤੇ ਦੂਜੀ ਮੂਰਤੀ ਦੇ ਕੰਨ ਵਿੱਚ ਜਦੋਂ ਉਹਨੇ ਤਾਰ ਪਾਈ ਤੇ ਉਹ ਮੂੰਹ ਚੋਂ ਨਿਕਲ ਆਈ। ਕਹਿਣ ਲੱਗਾ ਇਹਦੀ ਕੁਛ ਕੀਮਤ ਹੈ, ਕਿਉਂਕਿ ਇਹ ਥੋੜਾ ਜਿਹਾ ਸੁਣ ਕੇ ਤੇ ਬੋਲਦਾ ਹੈ, ਫਿਰ ਉਸ ਚੀਜ਼ ਨੂੰ ਬਾਹਰ ਜਾ ਕੇ ਦੱਸਦਾ ਹੈ, ਬੋਲ ਦਿੰਦਾ ਹੈ, ਸੁਣ ਲੈਂਦਾ ਹੈ, ਪਰ ਬੋਲ ਦਿੰਦਾ ਹੈ, ਬੋਲਣ ਤੱਕ ਸੀਮਤ ਹੈ, ਇਸ ਤੋਂ ਅੱਗੇ ਨਹੀਂ। ਪਰ ਫਿਰ ਵੀ ਇਹਦੀ ਕੋਈ ਕੀਮਤ ਹੈ ਕਿ ਚੰਗੀ ਗੱਲ ਸੁਣ ਕੇ ਅੱਗੇ ਤੇ ਦੱਸਦਾ ਹੈ। ਤੇ ਤੀਜੀ ਜਿਹੜੀ ਮੂਰਤੀ ਹੈ ਉਹ ਕਹਿੰਦਾ 50,000 ਨਹੀਂ, ਇਹਦੀ ਲੱਖਾਂ ਰੁਪਏ ਵੀ ਕੀਮਤ ਦਿੱਤੀ ਜਾਏ ਉਹ ਵੀ ਥੋੜੀ ਹੈ, ਕਿਉਂਕਿ ਕੰਨ ਦੇ ਅੰਦਰ ਤਾਰ ਪਾਈ ਹੈ, ਉਹ ਅੰਦਰ ਚਲੀ ਗਈ ਹੈ। ਇਹ ਪ੍ਰਤੀਕ ਹੈ ਕਿ ਇਹਨੇ ਸੱਚ ਨੂੰ ਸੁਣ ਕੇ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ। ਇਹ ਤਿੰਨ ਪ੍ਰਤੀਕ ਨੇ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਕਿਹੜੀ ਕੈਟੇਗਰੀ ਵਿੱਚ ਆਉਂਦੇ ਹਾਂ, ਇਹ ਅਸੀਂ ਆਪਣਾ ਫੈਸਲਾ ਆਪ ਕਰਨਾ ਹੈ। ਮੈਂ ਕਿਹੜੀ ਕੈਟੇਗਰੀ ਵਿੱਚ ਆ, ਤੁਸੀਂ ਮੇਰੀਆਂ ਭੈਣਾਂ ਮੇਰੇ ਵੀਰ ਬੈਠੇ ਸਾਹਮਣੇ ਹੱਸ ਰਹੇ ਹੋ ਥੋੜਾ, ਤੁਸੀਂ ਆਪਣਾ ਫੈਸਲਾ ਕਰਨਾ ਹੈ ਵੀ ਕੰਨ ਚੋਂ ਪਾਰ ਕਰਨ ਵਾਲੇ ਆ, ਕੰਨ ਚ ਤਾਰ ਪਾਇਆ ਮੂੰਹ ਚੋਂ ਪਾਰ ਜਾਂਦੀ ਹੈ, ਜਾਂ ਕੰਨ ਚ ਤਾਰ ਪਾਇਆ ਅੰਦਰ। ਇਹਨੂੰ ਕਹਿੰਦੇ ਨੇ ਸੁਣਿਆ ਲਾਗੇ ਸਹਿਜ ਧਿਆਨ। ਗੁਰੂ ਦੀ ਸਿੱਖਿਆ ਸੁਣ ਕੇ ਸਹਿਜ ਵਿੱਚ ਸੁਰਤ ਜੁੜ ਜਾਂਦੀ ਹੈ, ਮਨ ਬਚਨ ਕਰਮ ਕਰਕੇ ਬੰਦਾ ਇੱਕ ਹੋ ਜਾਂਦਾ ਹੈ। ਗੁਰੂ ਦਾ ਸੱਚਾ ਗਿਆਨ ਅੰਦਰ ਵਸ ਜਾਂਦਾ ਹੈ, ਤੇ ਜਿਹਦੇ ਅੰਦਰ ਵਸ ਜਾਏ ਨਾ, ਫਿਰ ਉਹ ਜ਼ਬਾਨ ਰਾਹੀਂ ਵੀ, ਅੱਖਾਂ ਰਾਹੀਂ ਵੀ, ਹੱਥਾਂ ਰਾਹੀਂ ਵੀ ਜਹਾਨ ਦੇ ਅੰਦਰ ਪ੍ਰਗਟ ਹੁੰਦਾ ਹੈ। ਇਹ ਮਹਾਨਤਾ ਹੈ ਜਪਜੀ ਸਾਹਿਬ ਸੁਣਨ ਦੀ, ਇਹ ਮਹਾਨਤਾ ਹੈ ਗੁਰੂ ਦੀ ਸੁਣਨ ਦੀ। ਤੇ ਜੇ ਇਹ ਮਹਾਨਤਾ ਨਹੀਂ ਮਿਲੀ ਤਾਂ ਕੰਨਾਂ ਵਿੱਚ ਪੈ ਰਹੀ ਹੈ, ਪਰ ਦੂਜੇ ਕੰਨ ਚੋਂ ਨਿਕਲ ਰਹੀ। ਤਾਂ ਦੇਖੋ ਕਿੰਨੀ ਮਹਾਨ ਬਾਣੀ ਸੀ। ਇਸ ਪਾਵਨ ਬਾਣੀ ਨੇ ਕਿੰਨੀ ਚੇਂਜਿੰਗ ਲਿਆਉਣੀ ਸੀ, ਕਿੰਨੀ ਵੱਡੀ ਕ੍ਰਾਂਤੀ ਲਿਆਉਣੀ ਸੀ ਸਾਡੇ ਜੀਵਨ ਵਿੱਚ, ਸਾਡੇ ਪਰਿਵਾਰਕ ਜੀਵਨ ਵਿੱਚ। ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਦੀ ਸਿੱਖਿਆ ਦੁਨੀਆ ਦੇ ਆਖਰੀ ਮਨੁੱਖ ਤੱਕ ਪਹੁੰਚ ਜਾਣੀ ਚਾਹੀਦੀ ਸੀ। ਦੁਨੀਆ ਦਾ ਆਖਰੀ ਮਨੁੱਖ ਸਿੱਖ ਹੋ ਜਾਣਾ ਚਾਹੀਦਾ ਸੀ, ਪਰ ਕਿਉਂਕਿ ਅਸੀਂ ਆਪ ਹੀ ਤਾਰ ਦੂਜੇ ਕੰਨ ਚੋਂ ਕੱਢਦੇ ਰਹੇ। ਅਗਲਾ ਬਚਨ ਕਰਦੇ ਨੇ ਨਾਨਕ ਭਗਤਾਂ ਸਦਾ ਵਿਗਾਸ। ਹੀ ਨਾਨਕ ਆਖ ਕਿ ਭਗਤਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਵਿਗਾਸਤਾ ਹੈ, ਸਦਾ ਵਿਗਾਸਤਾ, ਖੇੜਾ, ਚੜ੍ਹਦੀ ਕਲਾ, ਪ੍ਰਸੰਨਤਾ, ਨਵੀਂ ਬਸੰਤ ਬਹਾਰ, ਫੁੱਲ ਦੀ ਤਰ੍ਹਾਂ ਨਵਾਂ ਖੇੜਾ, ਨਵੇਂ ਜੀਵਨ ਦਾ ਸੰਚਾਰ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪ੍ਰੇਮ ਬਰਸ ਰਿਹਾ ਹੈ, ਉਹਨਾਂ ਦੇ ਜੀਵਨ ਦੇ ਅੰਦਰੋਂ ਖੁਸ਼ੀਆਂ ਦੀ, ਸ਼ੁਭ ਗੁਣਾਂ ਦੀ ਸੁਗੰਧ ਉੱਠ ਰਹੀ ਹੈ। ਉਹ ਚੰਦਨ ਵਰਗੇ ਨੇ ਜੋ ਉਹਨਾਂ ਦੇ ਨਜ਼ਦੀਕ ਆਉਂਦਾ ਹੈ, ਉਹਨਾਂ ਨੂੰ ਸੁਗੰਧ ਔਰ ਸ਼ੀਤਲਤਾ ਬਖਸ਼ਿਸ਼ ਕਰਦੇ ਨੇ। ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਸੀ ਕਿ ਅਸੀਂ ਖੜੇ ਹੋਈਏ, ਲੋਕ ਸਾਨੂੰ ਘੇਰ ਲੈਣ, ਚਾਰ ਚਫੇਰੇ ਸਾਡੇ ਨਜ਼ਦੀਕ ਨਜ਼ਦੀਕ ਆਉਣ, ਪਰ ਸਾਡੀ ਤੇ ਸ਼ਖਸੀਅਤ ਐਸੀ ਹੈ ਕਿ ਜਿੱਥੇ ਅਸੀਂ ਜਾਈਏ ਲੋਕ ਪਹਿਲੋਂ ਦੂਰ ਚੱਲਦੇ ਨੇ ਕਿ ਉਹ ਬਲਾ ਆ ਗਈ ਹੈ, ਹੁਣ ਇਹ ਤੋਂ ਖੜਾ ਛਡਾਓ। ਹੁੰਦਾ ਹੈ ਨਾ। ਨਾਨਕ ਭਗਤਾਂ ਸਦਾ ਵਿਗਾਸ ਕਿਉਂ ਸੁਣਿਆ ਦੁੱਖ ਪਾਪ ਕਾ ਨਾਸ। ਕਿਉਂਕਿ ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਜ਼ਿੰਦਗੀ ਚੋਂ ਪਾਪਾਂ ਦਾ ਵਿਨਾਸ਼ ਹੋ ਜਾਂਦਾ ਹੈ, ਤੇ ਪਾਪਾਂ ਦਾ ਵਿਨਾਸ਼ ਹੋਣ ਦੇ ਨਾਲ ਜੀਵਨ ਦੇ ਅੰਦਰ ਦੁੱਖ ਵੀ ਨਹੀਂ ਰਹਿੰਦੇ, ਕਿਉਂਕਿ ਦੁੱਖ ਪਾਪਾਂ ਕਰਕੇ ਸਨ। ਤਾਂ ਇਹ ਗੁਰੂ ਦੀ ਸਿੱਖਿਆ ਨੂੰ ਸੁਣਨ ਦਾ ਸਾਨੂੰ ਲਾਭ ਹੈ। ਤਾਂ ਸੁਣਨ ਦੇ ਨਾਲ ਸੰਤੋਖ ਹੋਣਾ ਚਾਹੀਦਾ ਹੈ, ਆਚਰਨ ਉੱਚਾ ਹੋਣਾ ਚਾਹੀਦਾ ਹੈ, ਸਹੀ ਗਿਆਨ ਸਾਨੂੰ ਮਿਲਣਾ ਚਾਹੀਦਾ ਹੈ, ਸਹੀ ਫੈਸਲੇ ਲੈਣੇ। ਤੀਰਥ ਆਦਿਕ ਕਰਮ ਕਾਂਡ ਬੇਕਾਰ ਵਿਅਰਥ ਨੇ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ, ਔਰ ਅੰਤਰਗਤ ਤੀਰਥ ਮਲ ਨਾਉ ਗੁਰੂ ਗਿਆਨ ਦੇ ਵਿੱਚ ਆਪਣੀ ਬੁੱਧ ਨੂੰ ਧੋਣਾ ਚਾਹੀਦਾ ਹੈ। ਮਾਨ ਮਿਲਣਾ ਚਾਹੀਦਾ ਹੈ,
सहज ਦੇ ਅੰਦਰ ਸਾਡਾ ਧਿਆਨ ਲੱਗ ਜਾਣਾ ਚਾਹੀਦਾ, ਯਾਨੀ ਜ਼ਿੰਦਗੀ ਦੇ ਅੰਦਰ ਸਹਿਜ ਆ ਜਾਣਾ ਚਾਹੀਦਾ। ਜਦੋਂ ਐਸਾ ਹੋਏਗਾ ਵਿਗਾਸਤਾ ਆਏਗੀ, ਦੁੱਖ ਪਾਪ ਦਾ ਨਾਸ ਹੋਏਗਾ, ਬੰਦਾ ਸਚਿਆਰ ਹੋ ਜਾਏਗਾ, ਰੱਬ ਦੇ ਅੰਦਰ ਮਿਲ ਜਾਏਗਾ। ਇਹ ਸਚਿਆਰ ਹੋਣ ਦੇ ਸਾਧਨ ਨੇ ਸਾਰੇ, ਕਿਉਂਕਿ ਸਚਿਆਰ ਹੋਣ ਦੇ ਅੰਦਰ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ। ਅਗਲੀ ਪੌੜੀ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਹਨ। ਸੁਣਿਆ ਸਰਾਂ ਗੁਣਾ ਕੇ ਗਾ, ਕਿ ਸੁਣਨ ਦੇ ਨਾਲ ਸਾਨੂੰ ਕੀ ਮਿਲਦਾ ਹੈ? ਸੁਣਨ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਗੁਣ ਆਉਂਦੇ ਨੇ। ਸਰਾਂ ਦਾ ਮਤਲਬ ਸਰੋਵਰ। ਦੇਖੋ, ਸਰ ਸ਼ਬਦ ਹੈ ਅਸਲੀ, ਤੇ ਸਰ ਸ਼ਬਦ ਨੂੰ ਕੰਨਾ ਲਗਾ ਕੇ ਬਣਾਇਆ ਹੈ ਬਹੁਵਚਨ। ਮੈਂ ਆਪ ਨੂੰ ਕੱਲ ਗਰੁੱਪ ਦੇ ਅੰਦਰ ਇਹ ਮੈਸੇਜ ਭੇਜ ਦਿੱਤਾ ਸੀ, ਜਿਨ੍ਹਾਂ ਵੀਰਾਂ ਭੈਣਾਂ ਨੇ ਪੜ੍ਹਿਆ ਹੋਵੇਗਾ ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਉਂਦੇ ਆ ਨਾ, ਤਾਂ ਉਹਦਾ ਪਾਠ ਕਿਵੇਂ ਹੁੰਦਾ ਹੈ? ਨਾਸਕੀ। ਸਰ ਸ਼ਬਦ ਦੇ ਨਾਲ ਕੰਨਾ ਲਗਾਇਆ ਹੈ, ਸਰ ਪਲਸ ਕੰਨਾ ਇਜ਼ ਇਕੁਅਲ ਟੂ ਸਰਾ। ਇਹਨੂੰ ਪੜ੍ਹਨਾ ਹੈ ਬਿੰਦੀ ਲਗਾ ਕੇ, ਸਰਾਂ ਬਹੁਵਚਨੀ ਸਰੋਵਰ। ਗੁਣਾ ਕੇ ਗਾਹ, ਗਾਹ ਦਾ ਮਤਲਬ ਅਸਗਾ ਸਮੁੰਦਰ, ਗਾਹ ਦਾ ਮਤਲਬ ਅਸਗਾ ਪਹੁੰਚ। ਯਾਨੀ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ ਨਾ, ਗੁਰੂ ਦੇ ਸੱਚੇ ਗਿਆਨ ਨੂੰ ਸੁਣ ਕੇ ਮਨ ਵਿੱਚ ਵਸਾਉਣ ਨਾਲ, ਗੁਰੂ ਗਿਆਨ ਦੇ ਵਿੱਚ ਸੁਰਤ ਜੋੜਨ ਦੇ ਨਾਲ, ਜੋ ਆਮ ਮਨੁੱਖ ਹੈ ਉਹ ਗੁਣਾਂ ਦਾ ਸਾਗਰ ਬਣ ਜਾਂਦਾ ਹੈ। ਗੁਣਾਂ ਦੇ ਸਾਗਰ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ, ਗੁਣਾਂ ਦਾ ਸਾਗਰ ਬਣ ਜਾਂਦਾ ਹੈ। ਤੇ ਜਿਹੜਾ ਗੁਣਾਂ ਦਾ ਸਾਗਰ ਹੋਏਗਾ ਉਹਦੇ ਵਿੱਚ ਅਵਗੁਣ ਨਹੀਂ ਹੋਏਗਾ। ਜੇ ਇੱਕ ਵੀ ਅਵਗੁਣ ਹੈ ਤਾਂ ਇਹਦਾ ਮਤਲਬ ਉਹ ਗੁਣਾਂ ਦਾ ਸਾਗਰ ਨਹੀਂ ਨਾ ਬਣਿਆ। ਉਹ ਮਨੁੱਖ ਗੁਣਾਂ ਦਾ ਸਾਗਰ ਬਣ ਜਾਏਗਾ। ਤੇ ਇੱਕ ਗੱਲ ਯਾਦ ਰੱਖਣਾ, ਸਮੁੰਦਰ ਦੇ ਅੰਦਰ ਪਾਣੀ ਅਮਿਣਵਾ ਹੈ, ਅਮਿਣਵਾ ਪਾਣੀ। ਸਮੁੰਦਰ ਦੇ ਪਾਣੀ ਨੂੰ ਨਾ ਤੋਲਿਆ ਜਾ ਸਕਦਾ ਹੈ, ਨਾ ਨਾਪਿਆ ਜਾ ਸਕਦਾ ਹੈ। ਤਾਂ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਅਨੰਤ ਗੁਣ ਆ ਜਾਂਦੇ ਨੇ। ਅਸੀਂ ਵੈਸੇ ਆਮ ਜ਼ਿੰਦਗੀ ਵੱਲ ਵੇਖਦੇ ਹਾਂ ਤਾਂ ਗੁਰਦੇਵ ਨੇ ਬਚਨ ਕੀਤਾ ਨਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਜਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਤੁਹਾਡੇ ਅੰਦਰ ਐਸੇ ਔਗਣ ਨੇ ਮਨੁੱਖਤਾ ਦੇ ਵਿੱਚ, ਜਿਵੇਂ ਸਮੁੰਦਰ ਭਰਿਆ ਹੋਵੇ। ਸਾਡੇ ਔਗਣਾਂ ਦਾ ਹੀ ਅੰਤ ਨਹੀਂ। ਕਈਆਂ ਦੇ ਅੰਦਰ ਇੱਕ ਹੀ ਔਗਣ ਇੰਨਾ ਭਾਰੂ ਹੁੰਦਾ ਹੈ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਕਈਆਂ ਦੇ ਅੰਦਰ ਕ੍ਰੋਧ ਬੜਾ ਹੁੰਦਾ ਹੈ, ਗੁੱਸੇ ਤੇ ਕੰਟਰੋਲ ਨਹੀਂ। ਬੰਦੇ ਬੜੇ ਚੰਗੇ ਨੇ ਲੇਕਿਨ ਗੁੱਸੇ ਤੇ ਕੰਟਰੋਲ ਨਹੀਂ। ਮਾੜੀ ਜੀ ਗੱਲ ਕਿਸੇ ਨੇ ਕਹੀ, ਨਾਲ ਦੇ ਨਾਲ ਲੜ ਪੈਂਦੇ ਨੇ। ਬੜੇ ਬੜੇ ਵਿਦਵਾਨ, ਬੜੇ ਬੜੇ ਪੜ੍ਹੇ ਲਿਖੇ, ਚੰਗੇ ਭਲੇ ਬੰਦੇ ਜਿਨ੍ਹਾਂ ਦੇ ਅੰਦਰ ਬੜੇ ਗੁਣ ਸਨ, ਕੱਲੇ ਗੁੱਸੇ ਨੇ ਬਰਬਾਦ ਕਰ ਦਿੱਤੇ। ਗੁੱਸੇ ਕ੍ਰੋਧ ਕਰਕੇ ਆਪਣੇ ਪਰਿਵਾਰਾਂ ਦੇ ਨਾਲੋਂ ਟੁੱਟ ਗਏ, ਸਮਾਜ ਨਾਲੋਂ ਟੁੱਟ ਗਏ। ਤਾਂ ਕਿੰਨਾ ਵੱਡਾ ਔਗਣ ਹੈ ਨਾ, ਇੱਕ ਔਗਣ। ਕਈਆਂ ਦੇ ਅੰਦਰ ਈਰਖਾ ਬੜੀ ਹੁੰਦੀ ਹੈ, ਸਾੜਾ ਬੜਾ ਹੁੰਦਾ ਹੈ। ਉਹ ਕਿਸੇ ਦੀ ਚੰਗੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਹ ਕਦੇ ਵੀ ਕਿਸੇ ਦੀ ਚੰਗੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ, ਉਹ ਸੜਦੇ ਹੀ ਰਹਿਣਗੇ। ਜੇ ਕੋਈ ਮਕਾਨ ਬਣਾ ਲਏਗਾ ਨਾ ਵੱਡਾ, ਤੇ ਹੁਣ ਹੋਰ ਤੇ ਕੁਝ ਹੋ ਨਹੀਂ ਸਕਦਾ, ਫਿਰ ਇਹ ਕਹਿਣਗੇ ਐਵੇਂ ਥੋੜਾ ਯਾਰ, ਏਡੇ ਏਡੇ ਵੱਡੇ ਮਕਾਨ ਬਣ ਜਾਂਦੇ ਨੇ, 2 ਨੰਬਰ ਦੇ ਧੰਦੇ ਨੇ, ਟੀਆਂ ਮਾਰਦੇ, ਪਤਾ ਨਹੀਂ ਕੀ ਕੀ ਕਰਦੇ। ਈਰਖਾ ਹੀ ਹੈ ਨਾ। ਕਈ ਲੋਕਾਂ ਦੇ ਅੰਦਰ ਈਗੋ ਬੜੀ ਹੈ, ਉਹ ਆਪਣੀ ਈਗੋ ਕਰਕੇ ਫੇਲ ਨੇ। ਜਿੱਥੇ ਵੀ ਜਾਣਗੇ ਦੂਜਿਆਂ ਨੂੰ ਨੀਵਾਂ ਵਿਖਾਣਗੇ। ਤਾਂ ਸਾਡਾ ਕੱਲਾ ਕੱਲਾ ਅਵਗੁਣ ਹੀ ਬੜਾ ਵੱਡਾ ਸਮੁੰਦਰ ਬਣਿਆ ਪਿਆ, ਜਿਸ ਨੇ ਮਨੁੱਖਤਾ ਨੂੰ ਖਤਮ ਕੀਤਾ ਹੋਇਆ ਹੈ, ਜਿਸ ਨੇ ਮਨੁੱਖਤਾ ਦੇ ਅੰਦਰ ਕਿੱਡੇ ਵੱਡੇ ਵੱਡੇ ਪਾੜੇ ਪਾਏ ਹੋਏ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਮਨੁੱਖ ਗੁਣਾਂ ਦਾ ਸਾਗਰ ਬਣ ਜਾਂਦਾ, ਉਹਦੇ ਅੰਦਰ ਅਨੰਤ ਗੁਣ ਆ ਜਾਂਦੇ ਨੇ। ਦੇਖੋ, ਜਪਜੀ ਸਾਹਿਬ ਜੀ ਦੀ ਜੋ ਪਾਵਨ ਬਾਣੀ ਅਸੀਂ ਵਿਚਾਰ ਤੇ ਆ ਰਹੇ ਹਾਂ, ਇੱਕ ਓੰਕਾਰ ਤੋਂ ਲੈ ਕੇ ਗੁਰਪੁਰਖ ਪਹਿਲੇ ਦਿਨ ਅਸਾਂ ਵਿਚਾਰ ਕੀਤੀ ਸੀ, ਕਿੰਨੇ ਮਹਾਨ ਗੁਣ ਨੇ ਜੋ ਪੂਰੀ ਦੁਨੀਆ ਦੀ ਹਰ ਸਮੱਸਿਆ ਦਾ, ਪੂਰੀ ਦੁਨੀਆ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ। ਲੇਕਿਨ ਸਾਡੇ ਤੇ ਆਪਣੇ ਜੀਵਨ ਦਾ ਵੀ ਸੋਲੂਸ਼ਨ ਨਹੀਂ ਹੋਇਆ। ਆਦ ਸੱਚ ਜੁਗਾਦ ਸੱਚ, ਸੱਚ ਅੱਗੇ ਕਰਮ ਕਾਂਡ ਸਨ, ਕਰਮ ਕਾਂਡਾ ਛੱਡਣਾ ਸੀ ਪਰ ਅਸੀਂ ਨਹੀਂ ਛੱਡ ਸਕੇ।
ਕਿਵ ਸਚਿਆਰਾ ਹੋਈਏ, ਸਚਿਆਰ ਹੋਣਾ ਸੀ, ਸਚਿਆਰ ਨਹੀਂ ਹੋ ਪਾਏ। ਹੁਕਮ ਰਜ਼ਾਈ ਚੱਲਣਾ ਸੀ, ਹੁਕਮ ਦੇ ਅੰਦਰ ਵਡਿਆਈ ਮਿਲਦੀ ਉਸ ਨੂੰ ਕਰਨਾ ਸੀ। ਆਪਣੇ ਜੀਵਨ ਨੂੰ ਅੰਮ੍ਰਿਤ ਵੇਲਾ ਬਣਾਉਣਾ ਸੀ, ਅੰਮ੍ਰਿਤ ਵੇਲਾ ਸੱਚ ਨਾਉ। ਇੱਕ ਪੰਕਤੀ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਕਿ ਜੇ ਸੱਚ ਦਾ ਵਿਚਾਰ ਕਰੀਏ ਸਾਡਾ ਸਾਰਾ ਜੀਵਨ ਹੀ ਅੰਮ੍ਰਿਤ ਬਣ ਜਾਏ। ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਾਓ ਵਾਲੀ ਭਾਵਨਾ ਸਾਡੀ ਜ਼ਿੰਦਗੀ ਦੇ ਅੰਦਰ ਪੈਦਾ ਹੋਣੀ ਸੀ। ਹੁਣ ਅਸੀਂ ਸੁਣਨ ਵਾਲੀ ਪੰਕਤੀਆਂ ਵਿੱਚ ਕਿੰਨਾ ਕੁਛ ਵਿਚਾਰ ਆਇਆ, ਇਹ ਸਾਰੇ ਸਾਡੇ ਜੀਵਨ ਦੇ ਅੰਦਰ ਆਉਣੇ ਚਾਹੀਦੇ ਸਨ, ਪਰ ਨਹੀਂ ਨਾ ਆਏ। ਤਾਂ ਮਨੁੱਖ ਗੁਣਾਂ ਦਾ ਸਾਗਰ ਹੋ ਸਕਦਾ ਹੈ। ਇਹ ਤਾਂ ਹੋ ਗਈ ਧਾਰਮਿਕ ਗੱਲ। ਤੁਸੀਂ ਦੇਖੋ ਸਾਇੰਸ ਦੀ ਦੁਨੀਆ ਵਿੱਚ ਕਈ ਫਿਜ਼ਿਕਸ ਦੇ ਮਾਸਟਰ ਨੇ, ਕੈਮੇ ਮਾਸਟਰ ਨੇ, ਕਿਹੜੀਆਂ ਵੱਡੀਆਂ ਵਿਗਿਆਨਕਾਂ ਨੇ ਖੋਜਾਂ ਕੀਤੀਆਂ ਨੇ, ਗੁਣਾਂ ਦੇ ਸਾਗਰ ਹੋਏ ਨੇ, ਉਹਨਾਂ ਨੇ ਆਪਣੇ ਖੇਤਰ ਦੇ ਅੰਦਰ ਕਰਨਾ। ਤੁਸੀਂ ਦੇਖ ਲਓ, ਡਰਾਇੰਗ ਦੇ ਖੇਤਰ ਵਿੱਚ ਵੇਖ ਲਓ, ਕਿਹੜੀਆਂ ਸੁੰਦਰ ਤਸਵੀਰਾਂ ਬਣਾਉਣ ਵਾਲੇ ਨੇ, ਉਹਨਾਂ ਦਾ ਇੱਕ ਹੀ ਗੁਣ ਮਹਾਨ ਗੁਣ ਹੈ। ਤੁਸੀਂ ਸੰਗੀਤਕਾਰ ਦੇਖ ਲਓ, ਕਲਾਸੀਕਲ ਸੰਗੀਤ ਗਾਉਣ ਵਾਲੇ ਇੱਕ ਵੱਡੇ ਪੈ ਨੇ ਲੋਕ। ਤੁਸੀਂ ਤਬਲਾ ਵਾਦਕ ਵੇਖ ਲਓ, ਇੱਕ ਤੋਂ ਇੱਕ ਤਬਲਾ ਵਾਦਕ ਪੈ ਨੇ, ਸੰਗੀਤ ਵਜਾਉਣ ਵਾਲੇ, ਸਾਜ਼ ਵਜਾਉਣ ਵਾਲੇ। ਯਾਨੀ ਕਿਸੇ ਵੀ ਖੇਤਰ ਦੇ ਅੰਦਰ ਬੰਦਾ ਬਹੁਤ ਵੱਡੀ ਤਰੱਕੀ ਕਰ ਸਕਦਾ ਹੈ। ਹਰ ਖੇਤਰ ਦੇ ਅੰਦਰ ਮਨੋਵਿਗਿਆਨ ਦੀ ਦੁਨੀਆ ਵਿੱਚ ਵੇਖ ਲਓ, ਸਾਈਕੋਥੈਰੇਪਿਸਟ ਨੇ, ਸਾਈਕੋਲੋਜਿਸਟ ਨੇ, ਸਾਈਕੈਟ੍ਰਿਕ ਨੇ, ਨਿਊਰੋਸਾਈਕੈਟ੍ਰਿਕ ਨੇ, ਨਿਊਰੋ ਸਰਜਨ ਨੇ, ਕਿੰਨੇ ਸਾਰੇ ਲੋਕ ਨੇ, ਔਰ ਕਿੰਨਾ ਵੱਡਾ ਫੀਲਡ ਹੈ। ਕਿਵੇਂ ਉਹ ਮਨੁੱਖ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਨੇ, ਕਿਵੇਂ ਉਹ ਕਾਉਂਸਲਿੰਗ ਕਰਕੇ ਸਾਨੂੰ ਸਾਡੇ ਜੀਵਨ ਵਾਲੇ ਪਾਸੇ ਲੈ ਜਾਂਦੇ ਨੇ। ਤਾਂ ਗੁਣਾਂ ਦਾ ਅਥਾਹ ਸਾਗਰ ਬੰਦਾ ਹੋ ਸਕਦਾ ਹੈ ਉਹ ਲੋਕ ਹੋਏ ਨੇ ਜਿਨ੍ਹਾਂ ਨੇ ਸਿੱਖਿਆ ਨੂੰ ਸੁਣਿਆ ਹੈ। ਰਾਜਨੀਤਿਕ ਦੁਨੀਆ ਵਿੱਚ ਬੜੇ ਚੰਗੇ ਰਾਜਨੀਤਿਕ ਲੋਕ ਨੇ, ਸਮਾਜਿਕ ਦੁਨੀਆ ਦੇ ਅੰਦਰ ਰਿਸ਼ਤਿਆਂ ਨਾਤਿਆਂ ਨੂੰ ਨਿਭਾਉਣ ਵਾਲੇ ਬੜੇ ਚੰਗੇ ਬੰਦੇ, ਸਰੀਰਕ ਤੌਰ ਤੇ ਬੰਦੇ ਬੜੇ ਰਿਸ਼ਟ ਪੁਸ਼ਟ ਨੇ। ਤਾਂ ਹਰ ਖੇਤਰ ਦੇ ਅੰਦਰ ਬੰਦਾ ਅਨੰਤ ਗੁਣਾਂ ਦਾ ਸਾਗਰ ਹੋ ਸਕਦਾ ਹੈ ਜੇ ਸੱਚੀ ਸਿੱਖਿਆ ਸੁਣੇ। ਤਾਂ ਧਰਮ ਦੀ ਦੁਨੀਆ ਦੇ ਅੰਦਰ ਜੋ ਅਸੀਂ ਚੰਗੀ ਜ਼ਿੰਦਗੀ ਜੀਣੀ ਹੈ, ਸਾਡੇ ਜੀਵਨ ਵਿੱਚ ਵਿਕਾਸਤਾ ਆਏ, ਜੀਵਨ ਮੌਲੇ, ਜੀਵਨ ਵਿੱਚ ਖੁਸ਼ੀਆਂ ਦੇ ਫੁੱਲ ਖਿੜਨ, ਸਾਡਾ ਇਹ ਸਮਾਜ, ਸਾਡਾ ਇਹ ਸੰਸਾਰ ਇੱਕ ਹਰ ਕਾ ਬਾਗਰਾ ਬਣ ਜਾਏ, ਹਰ ਇਨਸਾਨ ਇੱਥੇ ਗੁਣੀ ਹੋਵੇ, ਦੂਜੇ ਦੀਆਂ ਭਾਵਨਾਵਾਂ ਦਾ ਕਦਰ ਕਰਨ ਵਾਲਾ ਹੋਵੇ। ਤਾਂ ਐਸਾ ਹੋ ਸਕਦਾ ਹੈ, ਹੋ ਸਕਦਾ ਨਾ ਜੀ? ਥੋੜਾ ਸਿਰ ਹਿਲਾ ਕੇ ਦੱਸੋ, ਹੋ ਸਕਦਾ ਨਾ? ਲੇਕਿਨ ਕੀ ਅਸੀਂ ਐਸਾ ਕੀਤਾ ਹੈ? ਅਸੀਂ ਸਾਰੇ ਹੋ ਸਕਦੇ ਸੀ ਨਾ, ਸਿਰ ਹਿਲਾ ਕੇ ਹਾਂ ਜਾਂ ਨਾ ਜਵਾਬ ਦਿਓ, ਹੋ ਸਕਦੇ ਸੀ ਨਾ? ਨਹੀਂ ਹੋਏ ਨਾ। ਕਿਉਂ ਨਹੀਂ ਹੋਏ? ਕਿਉਂਕਿ ਇਹਦਾ ਮਤਲਬ ਅਸੀਂ ਸੁਣਿਆ ਹੀ ਨਹੀਂ। ਪਰ ਅਸੀਂ ਕਹਾਂਗੇ ਅਸੀਂ ਜਪਜੀ ਸਾਹਿਬ ਰੋਜ਼ ਸੁਣਦੇ ਹਾਂ, ਸਾਰਾ ਦਿਨ ਸਾਡੀ ਕਾਰ ਵਿੱਚ ਵੱਜਦਾ, ਭਲੇ ਉਹ ਤਾਰ ਦੀ ਤਰ੍ਹਾਂ ਇਸ ਕੰਨ ਤੋਂ ਦੂਜੀ ਤੋਂ ਜਾ ਰਿਹਾ, ਅੰਦਰ ਜਾਣਾ ਚਾਹੀਦਾ ਸੀ। ਇਹ ਗੁਣ ਪ੍ਰਗਟ ਹੋਣੇ ਚਾਹੀਦੇ ਸੀ। ਜਪਜੀ ਸਾਹਿਬ ਦੀ ਮਹਾਨਤਾ ਸੀ, ਪੜਨ ਵਾਲਾ, ਸੁਣਨ ਵਾਲਾ ਇੱਥੋਂ ਤੱਕ ਪਹੁੰਚਦਾ। ਲੇਕਿਨ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ। ਜੇ ਅਸੀਂ ਇਸ ਤਰ੍ਹਾਂ ਕਲਾਸ, ਜਿਵੇਂ ਅਸੀਂ ਕਲਾਸ ਦਾ ਰੂਪ ਧਾਰਨ ਕੀਤਾ ਨਾ, ਐਵੇਂ ਆਊਟਪੁੱਟ ਆ ਸਕਦੀ ਹੈ, ਐਵੇਂ ਆਊਟਪੁੱਟ ਆ ਸਕਦੀ ਹੈ। ਕਿਉਂਕਿ ਇੱਥੇ ਹੁਣ ਤੁਹਾਨੂੰ ਵੀ ਟਾਈਮ ਮਿਲੇਗਾ, ਤੁਸੀਂ ਬੋਲ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਜੇ ਮੈਂ ਕਿਤੇ ਗਲਤ ਬੋਲਿਆ ਤਾਂ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਹੋ, ਸੁਜੈਸ਼ਨ ਦੇ ਸਕਦੇ ਹੋ ਕਿ ਵੀਰ ਜੀ ਐਵੇਂ ਨਹੀਂ, ਐਵੇਂ ਹੋ ਸਕਦਾ ਹੈ। ਕਿਉਂਕਿ ਤੁਹਾਨੂੰ ਵੀ ਬੋਲਣ ਦਾ ਟਾਈਮ ਮਿਲੇਗਾ, ਮੈਂ ਵੀ ਬੋਲ ਰਿਹਾ। ਇੱਥੇ ਸਿਰਫ ਅਸੀਂ ਵਿਚਾਰ ਕਰ ਰਹੇ ਹਾਂ ਸਮਝਣ ਵਾਸਤੇ। ਜੇ ਅਸੀਂ ਇਹ ਢੰਗ ਅਪਣਾਇਆ ਹੁੰਦਾ ਤਾਂ ਹਕੀਕਤ ਹੈ ਸਾਡੇ ਬੱਚੇ ਕਲਚਰ ਤੋਂ ਦੂਰ ਨਹੀਂ ਸੀ ਜਾਣੇ, ਬਿਲਕੁਲ ਨਹੀਂ ਸੀ ਜਾਣੇ। ਸਾਡੀਆਂ ਗਲਤੀਆਂ ਨੇ, ਮੰਨੀਏ ਜਾਂ ਨਾ ਮੰਨੀਏ। ਸਾਡੇ ਸਿੱਖਾਂ ਦੇ ਅੰਦਰ ਤਲਾਕਾਂ ਨਹੀਂ ਸਨ ਹੋਣੀਆਂ, ਕਿਉਂਕਿ ਅਸੀਂ ਇਸ ਐਂਗਲ ਤੋਂ ਵਿਚਾਰਿਆ ਨਹੀਂ। ਜੇ ਅਸੀਂ ਗੁਣਾਂ ਦੇ ਸਾਗਰ ਬਣੇ ਹੁੰਦੇ, ਸਾਡੀਆਂ ਧੀਆਂ, ਸਾਡੇ ਪੁੱਤਰ, ਸਾਡੀਆਂ ਨੂੰਹਾਂ, ਅਸੀਂ ਆਪ, ਮਾਂ-ਬਾਪ, ਤਾਂ ਇਹ ਸਮੱਸਿਆਵਾਂ ਨਹੀਂ ਸਨ ਆਉਣੀਆਂ। ਬਹੁਤ ਚੰਗੀ ਜ਼ਿੰਦਗੀ ਹੋ ਸਕਦੀ ਹੈ। ਹੁਣ ਵੀ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ, ਡੁੱਲੇ ਬੇਰਾਂ ਦਾ ਕੁਛ ਨਹੀਂ ਵਿੰਗੜਿਆ। ਹਾਲੇ ਵੀ ਜੋ ਬਚਾਇਆ ਜਾ ਸਕਦਾ ਹੈ ਬਚਾ ਲਓ, ਹਾਲੇ ਵੀ ਆਪਣਾ ਵਿਕਾਸ ਕਰ ਸਕਦੇ ਹੋ। ਉਮਰ ਦਾ ਕੋਈ ਤਕਾਜ਼ਾ ਨਹੀਂ, ਕਿਸੇ ਵੀ ਉਮਰ ਦੇ ਅੰਦਰ। ਦੇਖੋ ਗੁਰੂ ਅਮਰਦਾਸ ਜੀ 60-65 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ।
ਭਾਈ ਮਨੀ ਸਿੰਘ ਜੀ 93 ਸਾਲ ਦੀ ਉਮਰ ਵਿੱਚ ਬੰਦ ਕਟਾ ਰਹੇ ਨੇ। ਬਾਬਾ ਦੀਪ ਸਿੰਘ ਜੀ ਬਜ਼ੁਰਗ ਅਵਸਥਾ ਦੇ ਅੰਦਰ ਮੈਦਾਨੇ ਜੰਗ ਵਿੱਚ ਖੰਡਾ ਖੜਕਾ ਰਹੇ ਨੇ। ਛੋਟੇ ਸਾਹਿਬਜ਼ਾਦੇ 6 ਸਾਲ 8 ਸਾਲ ਦੀਆਂ ਉਮਰਾਂ ਵਿੱਚ ਸ਼ਹੀਦੀਆਂ ਪਾ ਰਹੇ। ਉਹਨਾਂ ਤੋਂ ਵੀ ਛੋਟੇ ਬੱਚੇ 6-6 ਮਹੀਨੇ ਦੇ ਬੱਚੇ ਮੀਰ ਮੰਨੂ ਦੇ ਜੇਲ੍ਹ ਵਿੱਚ ਸ਼ਹੀਦੀਆਂ ਪਾ ਰਹੇ ਨੇ। ਉਮਰ ਦੀ ਕੋਈ ਤਕਾਜ਼ਾ ਨਹੀਂ ਹੈ ਕਿ ਹੁਣ ਤੇ ਬੁੱਢੇ ਹੋ ਗਏ ਆ, ਹੁਣ ਤੇ ਅਗਾਂ ਹੀ ਚੱਲ ਕੇ ਅੰਮ੍ਰਿਤ ਛਕਾਂਗੇ। ਜਿਵੇਂ ਧਰਮਰਾਜ ਖੰਡਾ ਬਾਟਾ ਮਾਂਜ ਕੇ ਬੈਠਾ ਪਿਓ ਨੇ ਆਖਣਾ ਆ ਵੀ ਪਹਿਲਾਂ ਮੈਂ ਤੈਨੂੰ ਕੜਾਹ ਪ੍ਰਸ਼ਾਦ ਖਵਾਵਾਂ, ਐਵੇਂ ਨਹੀਂ ਨਾ। ਜੇ ਗੁਰੂ ਦੀ ਸੱਚੀ ਸਿੱਖਿਆ ਨੂੰ ਗੌਰ ਨਾਲ ਸੁਣਿਆ ਜਾਏ ਤਾਂ ਮਨੁੱਖ ਗੁਣਾਂ ਦਾ ਸਮੁੰਦਰ ਹੋ ਜਾਂਦਾ ਹੈ। ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਗੁਣਾਂ ਦਾ ਸਮੁੰਦਰ ਬਣਨ ਦੀ ਪ੍ਰੇਰਨਾ ਦਿੰਦੀ ਹੈ। ਸੁਣੇ ਸ਼ੇਖ ਪੀਰ ਪਾਤਸ਼ਾਹ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜੋ ਸ਼ੇਖ ਨੇ, ਜੋ ਪੀਰ ਨੇ ਜਾਂ ਬਾਦਸ਼ਾਹ ਆਦਿਕ ਨੇ, ਇਹਨਾਂ ਦੀ ਅਸਲੀਅਤ ਬਾਰੇ ਗਿਆਨ ਹੋ ਜਾਂਦਾ, ਇਹਨਾਂ ਬਾਰੇ, ਇਹਨਾਂ ਦੀ ਮਾਨਸਿਕਤਾ ਬਾਰੇ ਪਤਾ ਲੱਗ ਜਾਂਦਾ ਔਰ ਸਾਨੂੰ ਸਮਝ ਪੈਂਦੀ ਹੈ ਕਿ ਇਸ ਤੋਂ ਅੱਗੇ ਬਹੁਤ ਕੁਝ ਹੈ। ਬੰਦਾ ਇਹਨਾਂ ਤੋਂ ਉੱਤੇ ਜਾ ਸਕਦਾ ਹੈ, ਹਰ ਬੰਦਾ ਮਹਾਨ ਹੋ ਸਕਦਾ ਹੈ। ਇਹਨਾਂ ਦੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ। ਸਾਨੂੰ ਪਤਾ ਲੱਗ ਜਾਂਦਾ ਹੈ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਿੱਤਾ। ਸਾਨੂੰ ਸਮਝ ਆ ਜਾਂਦੀ ਹੈ ਸ਼ੇਖ ਦਾ ਜੀਵਨ, ਪੀਰ ਦਾ ਜੀਵਨ, ਪਾਤਸ਼ਾਹ ਦਾ ਜੀਵਨ ਕੈਸਾ ਹੋਣਾ ਚਾਹੀਦਾ। ਜੇ ਅੰਦਰ ਗੁਣ ਨਹੀਂ ਤਾਂ ਫਿਰ ਅਸੀਂ ਪੜ੍ਹ ਰਹੇ ਹਾਂ ਨਾ ਪਿੱਛੇ, ਨਵਾਂ ਖੰਡਾਂ ਵਿੱਚ ਜਾਣੀਏ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੇ, ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਜੇ 4 ਯੁਗਾਂ ਦੀ ਉਮਰ ਹੋ ਜਾਏ, ਜੇ ਸਪੋਜ਼ 9 ਖੰਡ ਪ੍ਰਿਥਵੀ ਦਾ ਬਾਦਸ਼ਾਹ ਬਣ ਜਾਏ, ਨਾਮ ਵੀ ਚੰਗਾ ਰਖਾ ਲਵੇ, ਲੋਕਾਂ ਤੋਂ ਇੱਜ਼ਤ ਵੀ ਕਰਾ ਲਵੇ, ਤੇ ਜੇ ਰੱਬ ਦੀ ਨਜ਼ਰ ਥੱਲੇ ਨਹੀਂ ਆਇਆ, ਯਾਨੀ ਰਜਾ ਭਾਣੇ ਵਿੱਚ ਨਹੀਂ ਤੁਰਦਾ, ਜੇ ਉਹਦੇ ਅੰਦਰ ਸ਼ੁਭ ਗੁਣ ਨਹੀਂ ਹਨ, ਤਾਂ ਜਦੋਂ ਪਰਦਾ ਫਾਸ਼ ਹੋਏਗਾ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਮਾਣ ਸਤਕਾਰ ਦੇਣ ਵਾਲੇ ਹੀ ਉਹਦੇ ਇਸ ਅਪਰਾਧ ਦਾ ਦੋਸ਼ ਉਹਦੇ ਤੇ ਧਰ ਕੇ ਉਹਨੂੰ ਕੀੜਾ ਠਹਿਰਾ ਦੇਣਗੇ। ਉਹਦੀ ਕੀੜੇ ਜਿੰਨੀ ਵੈਲਿਊ ਨਹੀਂ ਰਹਿ ਜਾਣੀ ਜਦੋਂ ਪਰਦਾ ਫਾਸ਼ ਹੋਏਗਾ। ਕੋਈ ਬਾਹਰ ਦੀ ਇੱਜ਼ਤ ਬਣਾਈ ਰੱਖੇ ਜਿੰਨੇ ਮਰਜ਼ੀ, ਬਣਾਵਟੀ, ਦੇਖੋ ਸੱਚੀ ਇੱਜ਼ਤ ਇੱਕ ਵੱਖਰਾ ਟੌਪਿਕ ਹੈ, ਪਰ ਬਣਾਵਟੀ ਜ਼ਿੰਦਗੀ, ਪਹਿਨਾਵਾ ਪਾਇਆ ਹੋਏ, ਮਾਲਾ ਮੂਲਾ 5-4 ਪਾਈਆਂ ਹੋਣ, ਤਿਲਕ ਸ਼ਿਲਕ ਲਾਏ ਹੋਣ, ਦਸਤਾਰ ਗੋਲ ਬੰਨੀ ਹੋਏ, ਖੜਾਵਾਂ ਪਾਈਆਂ ਹੋਣ, ਅੱਖਾਂ ਬੰਦ ਕਰਕੇ ਤੇ ਰਹੱਸਮਈ ਗੱਲਾਂ ਕਰਦਾ ਹੋਵੇ, ਤੇ ਜਦੋਂ ਉਹਦੇ ਪਰਦੇ ਫਾਸ਼ ਹੁੰਦੇ ਨੇ ਫਿਰ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਖਬਰਾਂ ਛਪਦੀਆਂ, ਕੀੜਾ ਬਣ ਗਿਆ ਨਾ, ਕੀੜਿਆਂ ਦੀ ਤਰ੍ਹਾਂ ਜੇਲ੍ਹਾਂ ਵਿੱਚ ਪਏ ਨੇ ਵੱਡੇ ਵੱਡੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਇਹਨੂੰ ਰਾਹੋਂ ਨਹੀਂ ਪੜਨਾ, ਕਿਉਂਕਿ ਜਦੋਂ ਕਿਸੇ ਕਿਰਿਆਵਾਚੀ ਹਾਹੇ ਥੱਲੇ ਔਂਕੜ ਲੱਗਾ ਹੋਵੇ ਨਾ, ਉਦੋਂ ਉਹਨੂੰ ਪੜਨਾ ਹੈ, ਕਿਉਂਕਿ ਉਦੋਂ ਬਹੁਵਚਨੀ ਹੁੰਦਾ ਹੈ। ਕੱਲ ਮੈਂ ਇਹ WhatsApp ਗਰੁੱਪ ਦੇ ਵਿੱਚ ਵੀ ਪਾਇਆ ਸੀ, ਉਹਨੂੰ ਧਿਆਨ ਦੇ ਨਾਲ ਆਪਨੇ ਪੜਨਾ ਹੈ ਕਿ ਜਦੋਂ ਕਿਰਿਆਵਾਚੀ ਹਾਹੇ ਦੇ ਅਖੀਰ ਥੱਲੇ ਔਂਕੜ ਲੱਗਾ ਹੋਵੇ ਉਹਨੂੰ ਪੜਨਾ ਹੁੰਦਾ ਹੈ, ਕਿਉਂਕਿ ਉਹ ਬਹੁਵਚਨੀ ਸ਼ਬਦ ਹੈ। ਆਵੋ, ਜਾਹੋ, ਖਾਹੋ, ਪਾਹੋ, ਲੇਵਹੋ, ਦੇਵਹੋ, ਸੋਵੋ, ਜਾਗੋ, ਇਹ ਸਾਰੇ ਬਹੁਵਚਨੀ ਸ਼ਬਦ ਨੇ ਔਰ ਕਿਰਿਆਵਾਚੀ। ਪਰ ਜਦੋਂ ਕਿਸੇ ਨਾਉਨ ਦੇ ਹਾਹੇ ਥੱਲੇ ਔਂਕੜ ਹੋਵੇ ਨਾ, ਉਹਨੂੰ ਨਹੀਂ ਉਚਾਰਨਾ। ਰਾਹ ਨਾਉਨ ਹੈ, ਜਿਵੇਂ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ, ਇਹ ਨਾਉਨ ਹੈ, ਇਹਦੇ ਥੱਲੇ ਔਂਕੜ ਬੁਲਾਣਾ ਨਹੀਂ, ਇੱਕ ਵਚਨੀ ਸ਼ਬਦ। ਜਦੋਂ ਕਿਸੇ ਕਿਰਿਆਵਾਚੀ ਸ਼ਬਦ ਦੇ ਅਖੀਰਲੇ ਹਾਹੇ ਨਾਲ ਸਿਹਾਰੀ ਲੱਗੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਤੇ ਉਹਦਾ ਬਿੰਦੀ ਲਗਾ ਕੇ ਕਰਾਂਗੇ, ਸੁਣਿਆ ਅੰਧੇ ਪਾਵੇਂ ਰਾਹ, ਕਿਉਂ ਸ਼ਬਦ ਬਹੁਵਚਨੀ ਹੈ। ਜੇ ਹੁੰਦਾ ਨਾ ਅੰਧਾ, ਫਿਰ ਇੱਕ ਦੀ ਗੱਲ ਹੋਣੀ ਸੀ। ਹੁਣ ਇੱਥੇ ਅੰਧੇ, ਅੰਧੇ ਦਾ ਮਤਲਬ ਅੰਨੇ ਦਾ ਮਤਲਬ, ਜੇ ਹੁੰਦਾ ਅੰਧਾ ਫਿਰ ਸ਼ਬਦ ਹੋਣਾ ਸੀ ਪਾਵੇ, ਪੱਪੇ ਨਾਲ ਕੰਨਾ ਤੇ ਵਵੇ ਨਾਲ ਦੁਲਾਈਆਂ। ਪਰ ਕਿਉਂਕਿ ਇੱਥੇ ਅੰਧੇ ਸ਼ਬਦ ਬਹੁਵਚਨੀ ਹੈ,
ਇਸ ਲਈ ਪਾਵੈ ਹਾਹੇ ਨਾਲ ਸਿਹਾਰੀ ਆਈ ਹੈ, ਬਹੁਵਚਨੀ ਕਿਰਿਆ ਵੀ ਹੋਏਗੀ। ਇਹਦਾ ਸ਼ੁੱਧ ਉਚਾਰਨ ਹੋਏਗਾ, ਸੁਣਿਐ ਅੰਧੇ ਪਾਵਹਿ ਰਾਹ। ਕਿ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜਿਹੜੇ ਅੰਨੇ ਨੇ ਉਹ ਵੀ ਸਹੀ ਰਾਸਤਾ ਲੱਭ ਲੈਂਦੇ ਨੇ। ਹੁਣ ਅੰਨੇ ਕਿਹੜੇ ਨੇ? ਅੱਖਾਂ ਕਰਕੇ ਨਹੀਂ। ਗੁਰੂ ਜੀ ਕਹਿੰਦੇ ਨੇ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋ ਪੁੱਠੇ ਜਾਹੇ। ਅਸਲੀ ਅੰਨੇ ਉਹ ਨਹੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਅਸਲੀ ਅੰਨੇ ਉਹ ਨੇ ਜੋ ਅੱਖਾਂ ਦੇ ਹੁੰਦਿਆਂ ਹੋਇਆਂ ਗਿਆਨ ਦੇ ਰਾਸਤੇ ਤੋਂ ਖੁੰਝ ਕੇ ਅਗਿਆਨ ਦੇ ਰਾਹ ਤੇ ਪੈ ਗਏ, ਜਿਨ੍ਹਾਂ ਨੂੰ ਪਤਾ ਹੈ ਕਿ ਸੱਚੇ ਹੈ ਪਰ ਝੂਠ ਬੋਲ ਰਹੇ ਨੇ। ਅਸਲੀ ਅੰਨੇ ਉਹ ਨੇ। ਦੇਖੋ ਭਾਈ ਗੁਰਵੇਜ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ, ਤੁਸੀਂ ਜਿਆਦੇ ਵੀਰ ਪੈਣਾ ਜਾਣਦੇ ਹੋਗੇ, ਕਿੰਨਾ ਸੁੰਦਰ ਕੀਰਤਨ ਕਰਦੇ ਨੇ, ਬੜੀ ਮਿੱਠੀ ਪਿਆਰੀ ਆਵਾਜ਼ ਹੈ, ਪਰ ਉਹਨਾਂ ਦੀਆਂ ਅੱਖਾਂ ਨਹੀਂ ਹਨ। ਭਾਈ ਗੋਪਾਲ ਸਿੰਘ ਜੀ ਕਿੰਨਾ ਸੋਹਣਾ ਕੀਰਤਨ ਕਰਦੇ ਸੀ, ਭਾਈ ਲਖਵਿੰਦਰ ਸਿੰਘ ਜੀ ਕਿੰਨਾ ਸੋਹਣਾ ਕੀਰਤਨ ਕਰਦੇ ਨੇ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਪਰ ਉਹਨਾਂ ਦੀਆਂ ਵੀ ਅੱਖਾਂ ਨਹੀਂ। ਤਾਂ ਉਹ ਦੇਖੋ ਕਿੰਨਾ ਸੋਹਣਾ ਕੀਰਤਨ ਕਰ ਰਹੇ ਨੇ, ਕਿੰਨੀ ਉਹਨਾਂ ਨੂੰ ਬਾਣੀ ਯਾਦ ਹੈ, ਪਰ ਅਸੀਂ ਉਹਨਾਂ ਨੂੰ ਕਵੀਏ ਜੇ ਅੰਨੇ ਤਾਂ ਪਿਆਰੇ ਦੇਖੋ ਸਾਨੂੰ 5 ਪੌੜੀਆਂ ਜਪਜੀ ਸਾਹਿਬ ਯਾਦ ਨਹੀਂ। ਅਸਲੀ ਅੰਨੇ ਕੌਣ ਉੱਥੇ? ਭਾਈ ਗੁਰਮੇਜ ਸਿੰਘ ਜੀ ਨੇ ਬ੍ਰੇਲ ਲਿਪੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਾ ਦਿੱਤਾ ਹੈ, ਜਿਹੜੇ ਅੰਨੇ ਬੰਦੇ ਵੀ ਪੜ੍ਹ ਸਕਣਗੇ, ਬ੍ਰੇਲ ਲਿਪੀ ਪੜ੍ਹਦੇ ਨੇ। ਤਾਂ ਇੱਕ ਬੰਦਾ ਜਿਸ ਦੀਆਂ ਅੱਖਾਂ ਨਹੀਂ, ਉਹਨੇ ਸੈਂਕੜੇ ਲੋਕਾਂ ਨੂੰ ਕੀਰਤਨ ਸਿਖਾ ਦਿੱਤਾ, ਬ੍ਰੇਲ ਲਿਪੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਦਿੱਤਾ, ਤੇ ਇੰਨੀ ਸਾਰੀ ਬਾਣੀ ਯਾਦ, ਤੇ ਲੇਕਿਨ ਇੱਕ ਅਸੀਂ ਅੱਖਾਂ ਵਾਲੇ, ਅਸੀਂ ਇਹਨਾਂ ਸਾਨੂੰ ਯਾਦ ਨਹੀਂ ਹੁੰਦੀ, 5 ਪੌੜੀਆਂ ਵੀ ਸਾਰਿਆਂ ਦੇ ਨਾਮ ਯਾਦ ਨਹੀਂ। ਤਾਂ ਅਸਲੀ ਅੰਨਾ ਉਹ ਹੈ ਜੋ ਸੱਚ ਨੂੰ ਛੱਡ ਕੇ ਝੂਠ ਦੇ ਵਾਲੇ ਪਾਸੇ ਗਿਆ ਹੈ, ਜਿਹੜਾ ਬੰਦਾ ਹੁੰਦਾ ਹੋਇਆ ਇਨਸਾਨੀਅਤ ਵਾਲੇ ਕੰਮ ਛੱਡ ਕੇ ਹੈਵਾਨਛੂਆਂ ਵਾਲੇ ਕੰਮ ਕਰਦਾ ਹੈ। ਅਸਲੀ ਅੰਨਾ ਬੰਦਾ ਉਹ ਹੈ ਜਿਹਨੂੰ ਸੱਚ ਦਾ ਪਤਾ ਹੈ, ਪਰ ਭੋਲੀ ਭਾਲੀ ਜਨਤਾ ਨੂੰ ਧਰਮ ਦੇ ਨਾਮ ਤੇ ਠੱਗਦਾ ਪਿਆ, ਕੁਰਾਏ ਪਾ ਰਿਹਾ ਹੈ, ਸਾਡੇ ਡੇਰੇ ਠੱਗ ਰਹੇ ਨੇ। ਅਸਲੀ ਅੰਨਾ ਉਹ ਹੈ ਜਿਹਨੂੰ ਪਤਾ ਹੈ ਕਿ ਮੇਰੀ ਜੋਤਿਸ਼ ਵਿੱਚ ਕੋਈ ਦਮ ਨਹੀਂ, ਪਰ ਉਹ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਦਾ ਹੈ। ਅਸਲੀ ਅੰਨੇ ਉਹ ਨੇ ਨਾ, ਤੇ ਉਹਨਾਂ ਅੰਨਿਆਂ ਦੇ ਪਿੱਛੇ ਅਸੀਂ ਹੁਣ ਇੱਕ ਅੰਨਾ ਬੰਦਾ ਅੱਗੇ ਤੁਰ ਰਿਹਾ ਹੋਏ ਤੇ ਉਹਦਾ ਪੱਲਾ ਫੜ ਕੇ ਜੇ ਹਜ਼ਾਰਾਂ ਲੋਕ ਪਿੱਛੇ ਤੁਰਨ ਤੇ ਉਹਦਾ ਬਣੇਗਾ ਕੀ? ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੜੇ ਅਗਿਆਨੀ ਲੋਕ ਨੇ ਨਾ, ਗਿਆਨ ਜਿਨ੍ਹਾਂ ਦੇ ਪੱਲੇ ਨਹੀਂ, ਜੇ ਉਹ ਵੀ ਗੁਰਾਂ ਨੂੰ ਸੁਣਨ ਤੇ ਰਾਸ, ਇੱਥੇ ਸ਼ੇਖ ਸੱਜਣ ਜਿਹੜਾ ਕਾਤਲ ਹੈ ਨਾ, ਜੇ ਉਹ ਵੀ ਗੁਰੂ ਦੀ ਸੱਚੀ ਸਿੱਖਿਆ ਬਣਦਾ ਸੁਣਦਾ ਤਾਂ ਉਹ ਅਸਲੀ ਇਨਸਾਨ ਬਣ ਜਾਂਦਾ। ਇੱਥੇ ਕੌਡੇ ਭੀਲ ਵਰਗਾ ਬੰਦਾ, ਲੋਕਾਂ ਨੂੰ ਤੇਲ ਵਿੱਚ ਤਿਲਣ ਵਾਲਾ, ਉਹ ਸੱਚਾ ਸੁੱਚਾ ਇਨਸਾਨ ਬਣ ਜਾਂਦਾ ਹੈ। ਇੱਥੇ ਭੂਮੀਆਂ ਚੋਰ ਸਾਧ ਹੋ ਜਾਂਦਾ ਹੈ, ਇੱਥੇ ਅਜਾਮਲ ਵਰਗੇ ਤਰ ਜਾਂਦੇ ਨੇ, ਇੱਥੇ ਬੜੇ ਬੜੇ ਵਾਰੀ ਜਿਹੜੇ ਨੇ ਉਹ ਰਾਸਤਾ ਪਾ ਸਕਦੇ ਨੇ ਜੇ ਗੁਰੂ ਦੀ ਸੱਚੀ ਸਿੱਖਿਆ ਸੁਣ ਜਾਏ। ਤਾਂ ਜੇ ਅਸੀਂ ਸੱਚੇ ਰਾਹ ਤੇ ਨਹੀਂ ਤੁਰੇ ਤਾਂ ਇਹਦਾ ਮਤਲਬ ਕੀ ਨਿਕਲੇਗਾ ਜੀ? ਅਸੀਂ ਗੁਰੂ ਦੀ ਸਿੱਖਿਆ ਸੁਣੀ ਨਹੀਂ, ਇੱਕ ਕੰਨ ਚੋਂ ਸੁਣੀ ਦੂਜੇ ਚੋਂ ਕੱਢ, ਅੰਦਰ ਨਹੀਂ ਗਈ। ਹਕੀਕਤ ਹੈ, ਗਾਰੰਟੀ ਹੈ, ਮਨੋਵਿਗਿਆਨਿਕ ਤੱਥ ਹੈ, ਉਹ ਚੰਗਾ ਜੀਵਨ ਜੀਵੇਗਾ। ਸੁਰਤ ਜੋੜ ਕੇ 5 ਮਿੰਟ ਕੱਢੋ ਆਪਣੀ ਜ਼ਿੰਦਗੀ ਦੇ ਸਿਰਫ ਘਰਾਂ ਵਿੱਚ, ਪਤੀ ਪਤਨੀ ਆਪ ਬਹਿ ਜਾਓ, ਸੱਸ ਸਹੁਰਾ ਦੇ ਨਾਲ ਹੈ ਉਹਨੂੰ ਬਿਠਾ ਲਓ, ਮਾਤਾ ਪਿਤਾ ਨੂੰ, ਬੱਚਿਆਂ ਨੂੰ ਬਿਠਾ ਲਓ, ਡੇਲੀ ਇੱਕ ਸ਼ਬਦ ਦਾ ਮੀਨਿੰਗ ਪੜ੍ਹਨਾ ਸ਼ੁਰੂ ਕਰ ਦਿਓ। ਸਿਰਫ 5 ਮਿੰਟ ਲੱਗਣਗੇ, ਜ਼ਿਆਦਾ ਨਹੀਂ ਲੱਗਣਗੇ, 5 ਮਿੰਟ। ਸਮਝ ਆਵੇ ਜਾਂ ਨਾ ਆਵੇ, ਬੱਚਿਆਂ ਨੂੰ ਸੁਣਾ ਦਿਓ, ਆਪ ਸੁਣ ਲਓ, 2 4 10 ਦਿਨ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਏਗੀ। ਤੇ ਯਾਦ ਰੱਖਣਾ, ਜਿੱਥੇ ਹਰ ਰੋਜ਼ ਇੱਕ ਸ਼ਬਦ ਦਾ ਅਧਿਐਨ ਕੀਤਾ ਜਾਏਗਾ ਨਾ, 10 ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਮੇਤ ਭੋਗ ਪੈ ਜਾਏਗਾ। ਤੇ ਠੀਕ 6 ਮਹੀਨੇ ਬਾਅਦ, 6 ਮਹੀਨੇ ਦੇ ਅੰਦਰ ਅੰਦਰ ਉਸ ਪਰਿਵਾਰ ਵਿੱਚ ਵਿਚਾਰਕ ਸਾਂਝ ਪੈਦਾ ਹੋ ਜਾਏਗੀ, ਅੰਦਰੂਨੀ ਬਾਹਰਲੀ ਇਕਸਾਰਤਾ ਆ ਜਾਏਗੀ, ਝਗੜੇ ਮੁੱਕ ਜਾਣਗੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਸ਼ਰਾਬ ਨਾ ਪੀਆ ਕਰ, ਵਿਕਾਰ ਖਤਮ ਹੋ ਜਾਣਗੇ, ਬੱਚੇ ਦੂਰ ਨਹੀਂ ਜਾਣਗੇ, ਦੂਰ ਗਏ ਹੋਏ ਬੱਚਿਆਂ ਦੇ ਵਾਪਸ ਆਉਣ ਦੀ ਉਮੀਦ ਹੋ ਜਾਏਗੀ।
ਤਾਂ ਕਰੋ। ਅੰਧੇ ਪਾਵੇਂ ਰਾਹ, ਜਿਹੜੇ ਅਗਿਆਨੀ ਨੇ ਉਹ ਵੀ ਰਾਹ ਪਾ ਲੈਂਦੇ ਨੇ, ਜੀਵਨ ਦਾ ਸਹੀ ਰਾਸਤਾ, ਮੰਜ਼ਿਲ ਵਾਲੇ ਪਾਸੇ ਵੱਧ ਜਾਂਦੇ ਨੇ, ਉੱਚੀਆਂ ਆਤਮਿਕ ਚੜਾਈਆਂ ਚੜ ਜਾਂਦੇ ਨੇ, ਚੜ ਸਕਦੇ ਨੇ। ਸਾਡੇ ਵਿੱਚ ਵੀ ਇਹ ਸੰਭਾਵਨਾ ਹੈ ਜੇ ਅਸੀਂ ਗੁਰੂ ਦੀ ਸੱਚੀ ਸਿੱਖਿਆ ਨੂੰ ਇਸ ਐਂਗਲ ਤੋਂ ਸੁਣੀਏ। ਸੁਣਿਆ ਹਾਥ ਹੋਵੇ ਅਸਗਾ। ਅਸਗਾ ਦਾ ਮਤਲਬ ਜਿਹਦਾ ਅੰਤ ਹੀ ਨਹੀਂ, ਜਿਵੇਂ ਸਮੁੰਦਰ ਬੜਾ ਡੂੰਘਾ ਹੈ, ਤੇ ਹਾਥ ਦਾ ਮਤਲਬ ਹੁੰਦਾ ਹੈ ਥਾਹ ਪਾ ਲੈਣੀ। ਇਹ ਸੰਸਾਰ ਜਿਵੇਂ ਸਮੁੰਦਰ ਅਸਗਾ ਹੈ ਨਾ, ਉਹਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਡੂੰਘਾ ਹੈ, ਉਹਦੇ ਵਿੱਚੋਂ ਤਰਨਾ ਬੜਾ ਮੁਸ਼ਕਲ ਹੈ। ਪਰ ਥਾਹ ਪਾ ਲੈਣ ਦਾ ਮਤਲਬ ਹੈ ਕਿ ਬੰਦਾ ਅਸਗਾ ਸਮੁੰਦਰ ਦੇ ਅੰਦਰੋਂ ਆਸਾਨੀ ਦੇ ਨਾਲ ਪਾਰ ਉਤਰ ਜਾਂਦਾ ਹੈ। ਕਿਵੇਂ? ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ। ਜੇ ਸੁਰਤ ਕਰਕੇ ਸੁਣੇ, ਆਪਣੇ ਚਿੱਤ ਵਿੱਚ ਵਸਾਏ, ਅਮਲੀ ਜ਼ਿੰਦਗੀ ਜੀਵੇ, ਤਾਂ ਸੱਚੇ ਗਿਆਨ ਰਾਹੀਂ, ਸੱਚੀ ਸਿੱਖਿਆ ਰਾਹੀਂ ਬੰਦਾ ਅਸਗਾ ਸਮੁੰਦਰ ਦਾ ਥਾਹ ਪਾ ਲੈਂਦਾ ਹੈ, ਆਸਾਨੀ ਨਾਲ ਤਰ ਜਾਂਦਾ ਹੈ। ਇੰਨੀ ਆਸਾਨੀ ਨਾਲ ਤਰ ਜਾਂਦਾ ਹੈ। ਗੁਰੂ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ, ਕਹਿਣ ਲੱਗੇ ਸਾਗਰ ਤਰਿਓ ਬਾਛਰ ਖੋਜ। ਖੋਜ ਦਾ ਮਤਲਬ ਹੁੰਦਾ ਹੈ ਖੁਰਾ। ਖੁਰੀ ਨਹੀਂ ਹੁੰਦੀ ਵੱਛੇ ਦੀ। ਤੁਸੀਂ ਸਾਰੇ ਕਿਸਾਨ ਵੀਰ ਹੋ, ਇੰਡੀਆ ਵਿੱਚ ਗਾਵਾਂ ਮੱਝਾਂ ਰੱਖੀਆਂ ਹੁੰਦੀਆਂ, ਤੇ ਜਦੋਂ ਕਿਤੇ ਮੀਂਹ ਪਿਆ ਹੁੰਦਾ ਨਾ, ਜਾਂ ਮਿੱਟੀ ਗਿੱਲੀ ਹੋਵੇ, ਤੇ ਜਿੱਥੇ ਕੋਈ ਗਾਂ ਮੱਝ ਦਾ ਵੱਛਾ ਬੱਚਾ ਕੱਟੀ ਕੱਟਾ ਖੁਰ ਰੱਖਦਾ ਨਾ ਪੈਰ, ਉੱਥੇ ਪੈਰ ਦਾ ਨਿਸ਼ਾਨ ਪੈ ਜਾਂਦਾ ਹੈ, ਇੰਨਾ ਕੁ ਹੁੰਦਾ ਹੈ ਉਹ ਟੋਇਆ। ਹੁਣ ਇੱਕ ਪਾਸੇ ਤੇ ਸਮੁੰਦਰ ਤਰ ਕੇ ਪਾਰ ਕਰਨਾ ਹੋਏ, ਤੇ ਦੂਜੇ ਪਾਸੇ ਰੇਤੇ ਦੇ ਅੰਦਰ ਗਊ ਦੇ ਜਾਂ ਕੱਟੀ ਕੱਟੇ ਦਾ ਵੱਛੇ ਦਾ ਕੋਈ ਖੁਰ ਲੱਗਾ ਹੋਏ, ਤੇ ਉਹਦੇ ਵਿੱਚ ਪਾਣੀ ਭਰਿਆ ਹੋਏ ਇੱਕ ਚੁਲੀ, ਤਾਂ ਉਸ ਚੁਲੀ ਨੂੰ ਤੁਰਨਾ ਕਿੰਨਾ ਕੁ ਔਖਾ ਹੈ, ਕਿੰਨਾ ਕੁ ਔਖਾ ਹੈ ਉਹਨੂੰ ਕਰਨਾ। ਹੁਣ ਤੇ ਨਿੱਕੀ ਜਿਹੀ ਤਰ ਜਾਏਗੀ, ਹੁਣ ਤੇ ਨਿੱਕਾ ਜਿਹਾ ਬੱਚਾ ਵੀ ਟੱਪ ਜਾਏਗਾ, ਕਿਉਂਕਿ ਤਰਨਾ ਔਖਾ ਹੈ ਹੀ ਨਹੀਂ। ਲੇਕਿਨ ਸਮੁੰਦਰ ਨੂੰ ਤਰਨਾ ਬੜਾ ਔਖਾ ਹੈ। ਪਰ ਗੁਰੂ ਜੀ ਕਹਿੰਦੇ ਨੇ ਜੇ ਗੁਰੂ ਦੀ ਸੱਚੀ ਸਿੱਖਿਆ ਸੁਣੀ ਜਾਏ ਨਾ, ਤੇ ਜਿਹੜਾ ਅਸਗਾ ਸਮੁੰਦਰ ਹੈ ਉਹਨੂੰ ਬੰਦਾ ਐਵੇਂ ਪਾਰ ਕਰ ਜਾਂਦਾ ਜਿਵੇਂ ਬਾਛਰ ਖੋਜ, ਜਿਵੇਂ ਗਊ ਦੇ ਵੱਛੇ ਦੇ ਜਾਂ ਮੱਝ ਦੇ ਕੱਟੇ ਦੇ ਖੁਰ ਦੇ ਅੰਦਰ ਪਾਣੀ ਭਰਿਆ ਹੋਏ ਨਿਸ਼ਾਨ ਵਿੱਚ ਉਹਨੂੰ ਟੱਪਣਾ ਕਿੰਨਾ ਔਖਾ, ਇੰਨੀ ਆਸਾਨੀ ਨਾਲ ਤਰ ਜਾਂਦਾ। ਤੇ ਸਾਗਰ ਕਿਹੜਾ ਹੈ? ਸਾਗਰ ਬਾਹਰ ਨਹੀਂ ਹੈ, ਸਾਡੀ ਖੋਪਰੀ ਵਿੱਚ ਸਾਗਰ ਹੈ, ਸਾਡੇ ਦਿਮਾਗ ਵਿੱਚ, ਤੇ ਮਨ ਵਿੱਚ, ਬੁੱਧ ਵਿੱਚ, ਚਿੱਤ ਵਿੱਚ। ਸਾਡੀਆਂ ਕਮਜ਼ੋਰੀਆਂ ਸਾਗਰ ਹੈ, ਅਸੀਂ ਤਾਰ ਨਹੀਂ ਨਾ ਸਕੇ, ਈਰਖਾ ਤੋਂ ਪਾਰ ਨਹੀਂ ਜਾ ਸਕੇ, ਅਸੀਂ ਈਰਖਾ ਤੋਂ ਪਾਰ ਨਹੀਂ ਜਾ ਸਕੇ, ਸਾਡੀ ਮਾਨਸਿਕਤਾ ਨਹੀਂ ਸੁਧਰ ਸਕੀ। ਇੱਕ ਬੀਬੀ ਸੀ ਤੇ ਆਪਣੀ ਕੁੜੀ ਨੂੰ ਕਹਿਣ ਲੱਗੀ ਵੀ ਜਾ ਬਿੰਦੋ ਕੋਲੋਂ ਨਾ ਖੰਡ ਦੀ ਕੌਲੀ ਲਿਆ, ਮਾਈਏ ਤੇ ਚਾਹ ਬਣਾਣੀ। ਤੇ ਬਿੰਦੋ ਗਈ ਚਾਹ ਖੰਡ ਲੈਣ। ਚਾਚੀ ਖੰਡ ਦੇ ਚਾਚੀਆਂ ਸਨ ਦੋ, ਤੇ ਕਹਿਣ ਲੱਗੀ ਚਾਚੀ ਖੰਡ ਦੀ ਕੌਲੀ ਦੇ। ਤੇ ਕਹਿਣ ਲੱਗੀ ਬੇਟੇ ਕੀ ਕਰਨਾ ਹੈ? ਕਹਿਣ ਲੱਗੀ ਮੇਰੀ ਮਾਸੀ ਆਈ ਤੇ ਮੰਮੀ ਕਹਿੰਦੀ ਸੀ ਲਿਆਵਾਂਗੇ ਦੇ ਆਵਾਂਗੇ ਚਾਚੀ ਕੋਲੋਂ ਲੈ ਆ, ਮਾਸੀ ਵਾਸਤੇ ਚਾਹ ਬਣਾਣੀ। ਚਾਚੀ ਨੇ ਖੰਡ ਦੀ ਕੌਲੀ ਭਰ ਕੇ ਦੇ ਦਿੱਤੀ, ਨਾਲ ਬਿੰਦੋ ਦੇ ਸਿਰ ਦੇ ਉੱਤੇ ਪਿਆਰ ਦੇ ਕੇ ਕਹਿਣ ਲੱਗੀ ਬੇਟੀ ਬਿੰਦੋ ਹੋਰ ਮੰਮੀ ਕੀ ਆਂਦੀ ਸੀ? ਤੇ ਬਿੰਦੋ ਕਹਿਣ ਲੱਗੀ ਮੰਮੀ ਚਾਚੀ ਮੇਰੀ ਮੰਮੀ ਕਹਿੰਦੀ ਸੀ ਵੀ ਜੇ ਉਸ ਬਾਂਦਰੀ ਨੇ ਨਾ ਖੰਡ ਦਿੱਤੀ, ਨਾਲ ਵਾਲੀ ਚੜੇਲ ਨੇ ਨਾ ਦਿੱਤੀ ਤੇ ਨਾਲ ਵਾਲੀ ਚੜੇਲ ਤੋਂ ਲੈ ਆ। ਅਸੀਂ ਪਾਰ ਨਹੀਂ ਨਾ ਉਤਰ ਸਕੇ ਇਹਨਾਂ ਗੱਲਾਂ। ਹੁਣ ਇਹੋ ਜਿਹੀ ਸੋਚ ਜੇ ਬੱਚਿਆਂ ਵਿੱਚ ਪਾ ਦਿਓਗੇ ਤੇ ਬੱਚੇ ਕੀ ਕਰਨ? ਇਹਨੂੰ ਕਹਿੰਦੇ ਨੇ ਸਾਗਰ। ਸਾਡੀ ਮਾੜੀ ਬੋਲੀ, ਸਾਡੀਆਂ ਕਮਜ਼ੋਰੀਆਂ, ਸਾਡੇ ਅੰਦਰ ਈਰਖਾ, ਸਾਡੇ ਅੰਦਰ ਦਵੇਸ਼, ਅਤਿਵਾਦ, ਹੰਕਾਰ, ਸਾਡੀਆਂ ਮਨਮਤਾਂ, ਸਾਡੇ ਕਰਮ ਕਾਂਡ, ਅਸੀਂ ਆ ਜੋਤ ਕੋ ਮਨਾਰੀ ਵਾਲੀ ਨਹੀਂ ਛੱਡ ਸਕੇ, ਅਸੀਂ ਇੱਥੇ ਹੀ ਉਲਝੇ ਹੋਏ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜੇ ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ ਦਹੇਜ, ਲੜਾਈ ਦੰਗੇ ਫਸਾਦ, ਇਹਨਾਂ ਸਾਰਿਆਂ ਨੂੰ ਬੜੀ ਆਸਾਨੀ ਨਾਲ ਤਰ ਜਾਂਦਾ ਹੈ, ਇਹਨਾਂ ਦੀ ਥਾਹ ਪਾ ਲੈਂਦਾ, ਬੜਾ ਸੌਖਾ ਤਰ ਜਾਂਦਾ ਹੈ। ਸੁਣਿਆ
हाथ होए असगा, ये जो असगा समुंदर साडी मानसिकता मैंटेलिटी के अंदर विकार भरे हुए ने, बंदा इन्हां चों पार लंघ जांदा बड़ी आसानी नाल। लंघ जाना चाहिदा सी ना जपजी साहब सुन के, क्यों भैणो लंघ जाना चाहिदा सी, नहीं लंघे ना। रीजन जे नहीं लंघे तां साफ मतलब है कि असीं नहीं सुनिया, नहीं अमल कीता, पढ़िया है, रट्टे लाए ने। ਅਸੀਂ कई बार कहने मैं ते 20 पाठ कर देना जपजी साहब, 5 कर देना, 11 करना, बड़े लोग कहंदे ने, लेकिन सागर ते उत्थे दा उत्थे ही है। ਇਹਦਾ मतलब पाठ कीता नहीं, ਇਹਦਾ मतलब पाठ सुनिया नहीं। ਤੇ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਗੌਰ ਦੇ ਨਾਲ ਸੁਣ ਲੈਂਦਾ, ਉਹਨੂੰ ਆਪਣੇ ਮਨ ਵਿੱਚ ਵਸਾ ਲੈਂਦਾ, ਉਹ ਇਸ ਅਸਗਾ ਸਮੁੰਦਰ ਨੂੰ ਤਰ ਕੇ ਪਾਰ ਹੋ ਜਾਂਦਾ ਵਿਕਾਰਾਂ ਤੋਂ, ਦੁੱਖਾਂ ਤੋਂ। ਨਾਨਕ ਪਤਾ ਸਦਾ ਵਿਗਾਸ। ਫਿਰ ਐਸੇ ਜਿਹੜੇ ਭਗਤ ਨੇ, ਭਗਤ ਦਾ ਮਤਲਬ ਜੋ ਰੱਬ ਦੀ ਰਜ਼ਾ ਵਿੱਚ ਤੁਰਨ ਵਾਲੇ ਨੇ, ਭਗਤ ਦਾ ਮਤਲਬ ਮਾਲਾ ਫੇਰਨ ਵਾਲੇ ਨਹੀਂ, ਟੋਲੇ ਪਾ ਕੇ ਜੰਗਣ ਵਾਲੇ ਨਹੀਂ। ਕੋਈ ਵੀ ਇਨਸਾਨ स्त्री और पुरुष जो रब्बी गुणां दा धारनी है, भगती की विण गुण कीते भगत ना होए, गुणां दे धारनी होना ही रब दा सिमरन बंदगी भगती है। ਜਿਹੜੇ ਗੁਰੂ ਦੀ ਸਿੱਖਿਆ ਸੱਚੀ ਸੁਣਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਵਿਗਾਸਤਾ ਹੈ, ਖੁਸ਼ ਨੇ, ਪ੍ਰਸੰਨ ਨੇ, ਹਰ ਹਾਲ ਵਿੱਚ ਚੜ੍ਹਦੀ ਕਲਾ ਵਿੱਚ ਨੇ। ਸੁਣਿਆ ਦੁੱਖ ਵਾਪਸ ਗੁਰੂ ਦੀ ਸੱਚੀ ਬਾਣੀ, ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਉਹਨਾਂ ਦੀ ਸੋਚ ਦੇ ਅੰਦਰੋਂ ਪਾਪਾਂ ਦਾ ਵਿਨਾਸ਼ ਹੋ ਗਿਆ ਹੈ, ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸदैव ਪਾਪਾਂ ਦਾ ਵਿਨਾਸ਼ ਹੋਣ ਦੇ ਨਾਲ ਦੁੱਖਾਂ ਦਾ ਵੀ ਨਾਲ ਹੀ ਨਾਸ਼ ਹੋ ਜਾਣਾ ਹੈ। ਪਾਪ ਦੇ ਅੰਦਰ ਦੁੱਖਾਂ ਕਰਕੇ ਸੁਖੈਨ ਸਾਧਨ, ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਗੁਰੂ ਜੀ ਨੇ ਸਾਨੂੰ ਰਾਹ ਵਿਖਾਇਆ ਹੈ। ਕਿੰਨਾ ਸੁਖੈਨ ਸਾਧਨ ਦਿੱਤਾ ਹੈ। ਕੋਈ ਤੁਸੀਂ ਮਾਲਾ ਨਹੀਂ ਫੇਰਨੀ, ਕੋਈ ਤੁਸੀਂ ਜੰਗਲਾਂ ਵਿੱਚ ਨਹੀਂ ਪਟਣੀ, ਤੁਹਾਨੂੰ ਕੋਈ ਯੋਗਾ ਕਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਬਾਬਿਆਂ ਕੋਲ ਪਟਣ ਦੀ ਲੋੜ ਨਹੀਂ, ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਸਿਰਫ ਗੁਰੂ ਦੀ ਸੱਚੀ ਸਿੱਖਿਆ ਤੇ ਅਮਲ ਕਰਨਾ ਹੈ। ਘਰ ਰਹਿ ਕੇ ਦੁਕਾਨ ਕਰੋ, ਵਪਾਰ ਚਲਾਓ, ਨੌ ਪੇਸ਼ਾ ਕਰੋ, ਘਰ ਦਾ ਕੰਮ ਕਰੋ। ਕੋਈ ਹਾਊਸ ਵਾਈਫ ਹੈ ਜਾਂ ਕੋਈ ਬੰਦਾ ਬਾਹਰ ਬੀਬੀ ਕੰਮ ਕਰਦੀ ਹੈ, ਕੋਈ ਬੰਦਾ ਬਾਹਰ ਕੰਮ ਕਰਦਾ, ਕੋਈ ਵੀ ਕੰਮ ਕਰਦਿਆਂ ਗੁਣਾਂ ਦੇ ਗੁਰੂ ਦੀ ਸੱਚੀ ਸਿੱਖਿਆ ਨੂੰ ਅਪਣਾਉਣਾ ਹੈ, ਸੱਚ ਨੂੰ ਆਧਾਰ ਬਣਾਉਣਾ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ, ਸदैवी ਵਿਗਾਸਤਾ ਮਿਲ ਜਾਏਗੀ। ਤਾਂ ਸਾਡੀ ਆਪਣੀ ਜ਼ਿੰਦਗੀ, ਸਾਡੀ ਪਰਿਵਾਰਕ ਜ਼ਿੰਦਗੀ ਔਰ ਸਾਡਾ ਸਮਾਜ ਕਿੰਨਾ ਸੁਹਾਵਣਾ ਬਣ ਸਕਦਾ ਹੈ ਜੇ ਜਪਜੀ ਸਾਹਿਬ ਜੀ ਦੀ ਕਿਸੇ ਇੱਕ ਪੌੜੀ ਤੇ ਅਮਲ ਕਰ ਲਿਆ ਜਾਏ। ਐਵੇਂ ਬੰਦਾ ਸਚਿਆਰ ਹੋ ਕੇ ਰੱਬ ਦਾ ਰੂਪ ਹੋ ਜਾਏਗਾ। ਤਾਂ ਮੈਂ ਇੱਥੇ ਖਿਮਾ ਦਾ ਜਾ ਚੁੱਕਾ। ਅਗਲੀ ਕਾਰਵਾਈ ਵੀਰ ਜੀ ਤਰਲੋਚਨ ਸਿੰਘ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ। ਮੇਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ। ਉਹ ਅੱਜ ਅਸਾਂ ਵਿਚਾਰਿਆ ਹੈ ਪੌੜੀ ਜਿਹੜੀਆਂ ਇਹਨਾਂ ਪੌੜੀਆਂ ਦੇ ਵਿੱਚੋਂ ਆ ਰਿਹਾ ਹੈ, ਇਹਦੇ ਬਾਰੇ ਜੇ ਕੋਈ ਸਵਾਲ ਕਰਨਾ ਚਾਹੇ ਸਵਾਲ ਵੀ ਹੈ, ਜਾਂ ਆਪਣੇ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪ ਜੀ ਦਾ, ਹਮੇਸ਼ਾ ਦੀ ਤਰ੍ਹਾਂ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਆਪ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਤੁਸੀਂ ਕੋਈ ਵੀ ਅੱਜ ਦੇ ਕਥਾ ਦੇ ਵਿੱਚੋਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਜਾਓ, ਤਾਂ ਕਿ ਅਸੀਂ ਉਹ ਸਵਾਲ ਗਿਆਨੀ ਜੀ ਨੂੰ ਰੱਖ ਸਕੀਏ। ਤੇ ਅੱਜ ਸੁਣਿਆ ਦੀਆਂ ਜਿਹੜੀਆਂ 2 ਪੌੜੀਆਂ ਸੀਗੀਆਂ ਅਖੀਰ ਦੀਆਂ, ਉਹ ਸਾਰਿਆਂ ਨੇ ਸੁਣ ਲਈਆਂ। ਕੱਲ 2 ਦਾ ਹੋ ਗਿਆ ਸੀਗਾ ਤੇ ਕੱਲ ਨੂੰ ਮੰਨਿਆ ਤੇ ਜਾਣਾ ਜੀ। ਤੇ ਅੱਜ ਬਾਰੇ ਤੁਸੀਂ ਜੋ ਵੀ ਗੱਲਬਾਤ ਕਰਨੀ ਤੁਸੀਂ ਅਨਮਿਊਟ ਹੋ ਜਾਓ। ਤੇ ਸਾਡੇ ਨਾਲ ਹਰਦੀਪ ਸਿੰਘ ਭੋਗਲ ਜੀ ਵੀ ਅਨਮਿਊਟ ਆ, ਤੇ ਤੁਸੀਂ ਕੋਈ ਪੁੱਛਣਾ ਤਾਂ ਦੱਸ ਦਿਓ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਪ੍ਰਸ਼ਨ ਇਹ ਹੈ ਕਿ ਮੈਨੂੰ ਪਤਾ ਹੈ ਕਿ ਬਾਪੂ ਆਸਾ ਰਾਮ ਤੇ ਹੋਰ ਜਿਹੜੇ ਆਪਣੇ ਇਦਾਂ ਦੇ ਕਈ ਜਿਹੜੇ ਕਿ ਜਿਹਨੇ ਕਿ ਸੰਤਾਂ ਨੂੰ ਕਾਫੀ ਬਦਨਾਮ ਕੀਤਾ ਹੈ, ਪਰ ਜਿੱਦਾਂ ਬਾਬਾ ਫਰੀਦ ਹੋਈ ਹੈ, ਕਬੀਰ ਹੋਇਆ, ਤਰਲੋਚਨ ਚ ਹੋਇਆ, ਏਦਾਂ ਦਾ ਅੱਜ ਕੱਲ ਕੋਈ ਵੀ ਨਹੀਂ ਹੋਏਗਾ। ਦੇਖੋ ਜੀ, ਉਹ ਬਾਬਾ ਫਰੀਦ ਜੀ ਜਾਂ ਕਬੀਰ ਜੀ ਜਿਹੜੇ ਨੇ ਉਹ ਵਾਸਤਵ ਦੇ ਵਿੱਚ ਹੀ ਹੈ ਨੇ, ਔਰ ਅਸੀਂ ਆਪਣਾ ਐਸਾ ਕੋਈ ਅਡੰਬਰ ਨਹੀਂ ਕੀਤਾ, ਨਾ ਆਪਣਾ ਕੋਈ ਐਸਾ ਵੱਖਰਾ ਚਲਾਇਆ।
ਇਹ ਅਸੀਂ ਇਹਨਾਂ ਨੂੰ ਉਹਨਾਂ ਦੇ ਨਾਲ ਤੁਲਨਾ ਨਹੀਂ ਦੇ ਸਕਦੇ। नहीं, मेरा प्रश्न है कि उन्हें वर्ग आजकल कोई भी नहीं होएगा। नहीं जी, क्या इधर तो नहीं हो सकता है जे चाहे तो हो सकने भी सकता है ते मुझे ਉਹ कोई तो सुनता ही होएगा ना, जैसे तुसी जिसने ज्ञानी अमरीक सिंह जी है और इधर दे काफी ਨਹੀਂ ਵੀਰ ਜੀ, ਜਿਹੜਾ ਇਸ ਗੱਲ ਨੂੰ ਸਮਝਣ ਦੀ ਟਰਾਈ ਕਰੋ ਵੀ ਜਿਹੜਾ ਸੁਣ ਹੋਏਗਾ ਉਹ ਜਿਹੜਾ ਗੁਰੂ ਦੀ ਸਿੱਖਿਆ ਤੇ ਅਮਲ ਹੈ। ਜ਼ਰੂਰ ਦੇਖੋ, ਭਗਤ ਪੂਰਨ ਸਿੰਘ ਜੀ ਅੱਜ ਹੈ ਨੇ, ਮਤਲਬ ਉਹਨਾਂ ਦੀ ਚਲੋ ਉਹ ਸੰਸਾਰ ਤੇ ਨਹੀਂ ਰਹੇ, ਲੇਕਿਨ ਅੱਜ ਵੀ ਉਹ ਹੈ ਨੇ। ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਚੰਗੀ ਸਿੱਖਿਆ ਵਾਲਾ ਜੀਵਨ ਜੀ ਰਹੇ ਨੇ। ਜਿਹੜਾ ਵੀ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਵੀ ਐਵੇਂ ਦਾ ਹੋ ਜਾਏਗਾ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਤੇ ਸਾਡੇ ਨਾਲ ਹੈਗੇ ਜੀ ਗੁਰਚਰਨ ਸਿੰਘ ਜੀ ਢੇਸੀ, ਤੁਸੀਂ ਨੈਕਸਟ ਹੈ ਜੀ। ਉਹਦੇ ਬਾਅਦ ਚ ਹੋਰ ਕੋਈ ਅਨਮਿਊਟ ਨਹੀਂ ਹੈਗਾ ਜੀ, ਜਿਹਨੇ ਅਨਮਿਊਟ ਹੋ ਜਾਓ, ਜਿਹਨੇ ਵੀ ਗਾਂ ਸਵਾਲ ਪੁੱਛਣਾ। ਹਾਂਜੀ ਗੁਰਚਰਨ ਸਿੰਘ ਜੀ। ਬਹੁਤ ਅੱਛਾ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਾਂ ਛੱਡਦੇ ਹੀ ਨਹੀਂ ਹੈਗੇ। ਵੈਸੇ ਜਿਹੜੀ ਤੁਸੀਂ ਤੁਕ ਕਿਹਾ ਕਿ ਵੀ ਸੁਣੀਏ ਧਿਆਨ ਦੀ ਵਿਆਖਿਆ ਕੀਤੀ ਕਿ ਨਾ ਉਦਾਹਰਨ ਦੇ ਕੇ ਬਹੁਤ ਹੀ ਅੱਛੀ ਲੱਗੀ। ਸੋਚਣ ਵਾਲੀ ਗੱਲ ਹੈ ਕਿ ਜਿਹਨੇ ਉਹਨੇ 3 ਮੂਰਤੀਆਂ ਉਹ ਬਣਾਈਆਂ ਹੋਣਗੀਆਂ, ਜਿਸ ਪੱਥਰ ਉਹਦੀ ਸੋਚ ਕਿੱਦਾਂ ਦੀ ਹੋਏਗੀ, ਉਹ ਕਿੰਨਾ ਪਹੁੰਚਿਆ ਬੰਦਾ ਹੋਏਗਾ, ਨਿਰਮਲ ਦਿਲ ਹੋਏਗਾ, ਜਾਂ ਗੁਰੂ ਦੇ ਨਾਲ ਉਹਦੀ ਸੋਚ ਹੋਊਗੀ, ਤਾਂ ਹੀ ਉਹਨੇ ਇਹ ਚੀਜ਼। ਹਾਂਜੀ ਹਾਂਜੀ। ਤੇ ਇਸੇ ਲਈ ਸਾਨੂੰ ਵੀ ਥੋੜਾ ਬਹੁਤਾ ਧਿਆਨ ਦੇਣਾ ਚਾਹੀਦਾ, ਆਪਣੇ ਅੰਦਰ ਚਾਹੀਦੀ ਹੈ ਜ਼ਰੂਰ। ਬਿਲਕੁਲ ਬਿਲकुल। ਆਪਣੀ ਬਹੁਤ ਬਹੁਤ ਮਿਹਰਬਾਨੀ ਹੈ। ਇਹਨਾਂ ਸਿੰਪਲ ਗੱਲ ਹੈ, ਇਹਦੇ ਵਿੱਚ ਕੋਈ ਔਖਿਆਈ ਵਾਲੀ ਗੱਲ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਨ ਵਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ ਤੇ ਹੁਕਮ ਰਜ਼ਾਈ ਚੱਲਣਾ, ਤੇ ਇਹਦੇ ਨਾਲ ਅਸੀਂ ਸੱਚਿਆਰ ਬੰਦਾ ਹੋ ਸਕਦਾ ਹੈ। ਐਸੀ ਜ਼ਿੰਦਗੀ ਜੀਣ ਦੀ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ, ਜਿਹੜਾ ਵੀ ਕਰੇਗਾ ਉਹ ਐਵੇਂ ਦਾ ਹੋ ਜਾਏਗਾ। ਹਾਂਜੀ ਧੰਨਵਾਦ। ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕੋਈ ਪੋਸੀਬਿਲਿਟੀ ਤਾਂ ਹੈ। ਜੇ ਬੰਦਾ ਕੋਈ ਸੱਚ ਬੋਲਦਾ ਹੀ ਆ ਕਿ ਨਾ, ਉਹਦੇ 4 ਦੁਸ਼ਮਣ ਬਣ ਜਾਂਦੇ ਆ। ਨਹੀਂ, ਉਹ ਦੁਸ਼ਮਣ ਦੇਖੋ, ਦੁਸ਼ਮਣ ਵਾਲਾ ਇੱਕ ਵੱਖਰਾ ਟੌਪਿਕ ਹੈ। ਹੁਣ 2 ਮਿੰਟ ਵਾਸਤੇ ਜਿਵੇਂ ਹੁਣ ਤੁਸੀਂ ਆਪਣਾ ਘਰ ਬਣਾ ਰਹੇ ਹੋ, ਤੇ ਜੇ ਤੁਹਾਡੇ ਕੋਈ 4 ਦੁਸ਼ਮਣ ਹੋ ਜਾਣ ਤੇ ਤੁਸੀਂ ਬਣਾਉਣਾ ਨਹੀਂ ਛੱਡੋਗੇ ਨਾ, ਫਿਰ ਵੀ ਬਣਾਓਗੇ। ਲੇਕਿਨ ਸਾਨੂੰ ਆਪਣੀ ਜਿਹੜੀ ਹੈ ਨਾ ਸੋਚ, ਉਹਨੂੰ ਨੀਵੀਂ ਨਹੀਂ ਕਰਨੀ ਚਾਹੀਦੀ। ਜੇ ਕੋਈ ਕਹਿੰਦਾ ਹੁਣ ਆਪਣਾ ਚੰਦਨ ਹੈਗਾ, ਉਹਦੇ ਚ ਫਿਰ ਸੱਪ ਲਿਪਟੇ ਨੇ, ਤਾਂ ਉਹ ਆਪਣੀ ਸ਼ੀਤਲਤਾ ਨਹੀਂ ਗਵਾਉਂਦਾ। ਸੱਚੇ ਬੰਦੇ ਨੂੰ ਆਪਣੀ ਸੱਚਾਈ ਨਹੀਂ ਗਵਾਉਂਦਾ। ਹਾਂਜੀ, ਆਪ ਗੱਲ ਕਹੀ ਹੈ ਕਿ ਵੀ ਇੱਕ ਕਹਾਵਤ ਵੀ ਅੰਗਰੇਜ਼ੀ ਦੇ ਵਿੱਚ ਮੈਨੂੰ ਰਾਈਟਰ ਜਿੱਤਾ ਪੜਿਆ, ਉਹ ਕਹਿੰਦਾ ਨੈਵਰ ਲੋਅਰ ਯੋਰ ਐਕਸਪੈਕਟੇਸ਼ਨ ਬਟ ਰਾਈਜ਼ ਥਰੂ ਐਕਸਪੈਕਟੇਸ਼ਨ। ਵੀ ਆਪਣੇ ਜਿਹੜੀ ਲੈ ਕੇ ਤੁਰੇ ਉਹ ਤੇ ਹੋਣਾ ਚਾਹੀਦਾ, ਆਪਣੇ ਆਪ ਨੂੰ ਨੀਵੇਂ ਥਾਂ ਤੇ ਤੁਸੀਂ ਪਹੁੰਚ ਜਾਓ। ਬਹੁਤ ਅੱਛੀ ਗੱਲ। ਠੀਕ ਹੈ ਜੀ ਗੁਰਚਰਨ ਸਿੰਘ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਾਲ 2 ਨਰਿੰਦਰ ਸਿੰਘ ਜੀ ਆ ਤੇ ਇੱਕ ਜਸਲ ਸਾਹਿਬ। ਮੈਂ ਤੁਹਾਡੇ ਕੋਲ ਠਹਿਰ ਕੇ ਆਉਣਾ ਜੀ। ਸਾਡੇ ਜਿਹੜੇ ਨਰਿੰਦਰ ਸਿੰਘ USA ਵਾਲੇ ਜਿਹੜੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਜੀ, ਤੁਸੀਂ ਦੱਸੋ ਜੋ ਕੁਛ ਵੀ ਕਹਿਣਾ। ਹਾਂਜੀ ਨਰਿੰਦਰ ਸਿੰਘ ਜੀ USA। ਹਾਂਜੀ ਵੀਰ ਜੀ, ਬਹੁਤ ਮਿਹਰਬਾਨੀ। ਜਵਾਨੀ ਬਹੁਤ ਚੰਗੇ ਤਰੀਕੇ ਜਿਹੜਾ ਅਸੀਂ ਅਜੇ ਤੱਕ ਸਮਝੇ ਨਹੀਂ ਸੀ ਇਹ ਗੱਲਾਂ, ਪਾਠ ਕਰ ਛੱਡਦੇ ਸੀ। ਵੈਰੀ ਥੈਂਕ ਯੂ, ਬਹੁਤ ਥੈਂਕ ਯੂ ਉਹਨਾਂ ਦਾ, ਗਿਆਨੀ ਜੀ ਦਾ। ਧੰਨਵਾਦ ਜੀ ਨਰਿੰਦਰ ਸਿੰਘ ਜੀ। ਤੇ ਹੁਣ ਸਾਡੇ ਨਾਲ ਨਰਿੰਦਰ ਸਿੰਘ ਜਸਲ ਸਾਹਿਬ। ਹਾਂਜੀ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਲ ਹੈ ਜਿਹੜਾ ਉਹ ਪਰਸਨਲ ਸਵਾਲ ਹੈ ਜੀ, ਮੈਂ ਕਿਸੇ ਹੋਰ ਬੰਦੇ ਨੂੰ ਨਹੀਂ ਇਸ ਦੇ ਵਿੱਚ ਕਹਿੰਦਾ। ਮੈਂ ਕਹਿੰਦਾ ਕਿ ਚੰਗਾ ਇਨਸਾਨ ਬਣਨ ਲਈ ਗੁਰਬਾਣੀ ਪੜ੍ਹ ਤੇ ਸਮਝ ਆਉਣੀ ਹੀ ਜ਼ਰੂਰੀ ਹੈ, ਜਾਂ ਫਿਰ ਗੁਣ ਸਿਰਫ ਚੰਗੇ ਗੁਣ ਅਪਣਾਉਣੇ ਜਾਂ ਹੁਕਮ ਰਜਾਈ ਚੱਲਣਾ ਹੀ ਬਹੁਤ ਹੈ? ਗੁਰਬਾਣੀ ਵੀ ਹੁਕਮ ਰਜਾਈ ਚੱਲਣ ਦੀ ਹੀ ਗੱਲ ਕਰਦੀ ਹੈ। ਜੇ ਹੁਕਮ ਦੀ ਸਮਝ ਆ ਗਈ ਹੈ ਤਾਂ ਅਸੀਂ ਹੁਕਮ ਦੇ ਵਿੱਚ ਹੀ ਚੱਲਣਾ ਹੈ, ਤੇ ਸਾਡੇ ਵਾਸਤੇ ਹੋਰ ਸੌਖਾ ਹੈ ਜੇ ਅਸੀਂ, ਕਿਉਂਕਿ ਗੁਰਬਾਣੀ ਦੇ ਪਿੱਛੇ ਗੁਰੂ ਸਾਹਿਬਾਨ ਦਾ ਜੀਵਨ ਵੀ, ਜਦੋਂ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਵੱਲ ਵੇਖਦੇ ਹਾਂ ਤਾਂ ਜੇ ਸਾਨੂੰ ਨਹੀਂ ਸਮਝ ਆਉਂਦੀ ਤਾਂ ਸਾਨੂੰ ਗੁਰਬਾਣੀ ਪੜ੍ਹ ਲੈਣੀ ਚਾਹੀਦੀ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਲਈਏ, ਸੱਚੀ ਸਿੱਖਿਆ ਅਸੀਂ ਲਈਏ ਤਾਂ
ਸਾਨੂੰ ਸੌਖਾ ਹੋ ਜਾਏਗਾ, ਕਿਉਂਕਿ ਗੁਰੂ ਸਾਹਿਬ ਦੇ ਤਜਰਬੇ ਦੇ ਵਿੱਚੋਂ ਚੀਜ਼ਾਂ ਆਈਆਂ ਨੇ। ਗੁਰੂ ਸਾਹਿਬ ਨੇ ਆਪ ਇਹੋ ਜਿਹੀ ਜ਼ਿੰਦਗੀ ਜੀਵੀ ਹੈ, ਤੇ ਉਹ ਸਾਨੂੰ ਇੱਧਰ ਉੱਧਰ ਹੋਰ ਭਟਕਣ ਦੀ ਬਜਾਏ ਤਾਂ ਸਾਨੂੰ ਸੌਖਾ ਹੋ ਜਾਏਗਾ। ਗੁਰਬਾਣੀ ਨੂੰ ਜੇ ਅਸੀਂ ਪੜ੍ਹ ਕੇ ਵਿਚਾਰਦੇ ਹਾਂ ਤਾਂ ਹੁਕਮ ਰਜ਼ਾਈ ਚੱਲਣਾ ਤਾਂ ਅਸੀਂ ਹੁਕਮ ਰਜ਼ਾਈ ਹੈ ਸਿਰਫ। ਹਾਂਜੀ, ਜਿਵੇਂ ਤੁਸੀਂ ਅਰਥ ਕਰ ਦਿੰਦੇ ਹੈਗੇ ਹੋ, ਅਰਥ ਦੇ ਵਿੱਚ ਸਾਨੂੰ ਮੈਨੂੰ ਕੀ ਕਿਹਾ ਹੈਗਾ, ਪਰ ਜਦੋਂ ਹੁਣ ਜੇ ਬਿਲਕੁਲ ਪੜ੍ਹ ਕੇ ਆਪ ਸਮਝਾਂ ਮੈਂ, ਤਾਂ ਉਹਦੇ ਵਿੱਚ ਉਹ ਫਿਰ ਤੁਹਾਡੀ ਉਹੀ ਗੱਲ ਆ ਜਾਂਦੀ ਹੈ ਨਾ ਵੀ ਮੈਂ ਆਪਣੀ ਮਿਹਨਤ ਨਹੀਂ ਕਰਦਾ ਹੈਗਾ ਗਾ, ਪਰ ਉਹ ਫਿਰ ਸਮਾਂ ਜਾਂ ਕੋਈ ਹੋਰ ਇਸ ਢੰਗ ਦੇ ਨਾਲ ਜਾਂ ਹੋਰ ਜਿਹੜੇ ਇਨਵੋਲਵਮੈਂਟਸ ਹੈਗੀਆਂ ਲਾਈਫ ਦੇ ਵਿੱਚ, ਉਹਦੇ ਲਈ ਫਿਰ ਪਰਸਨਲ ਟਾਈਮਿੰਗ ਦੀ ਹੋਈ ਹੈ ਗੱਲ ਇਸ ਦੇ ਵਿੱਚ। ਉਹਦੇ ਵਿੱਚ ਵੀ ਜ਼ਿਆਦਾ ਟਾਈਮ ਲਾਉਣ ਦੀ ਬਹੁਤ ਜ਼ਿਆਦਾ ਲੋੜ ਨਹੀਂ, ਤੇ 5-10 ਮਿੰਟ ਵੀ ਕੱਢੇ ਜਾਣਾ, ਜਿੰਨਾ ਵੀ ਸੀ ਘੱਟ ਤੋਂ ਘੱਟ ਟਾਈਮ ਕਰ, ਤਾਂ ਤੁਸੀਂ ਇੱਕ ਪੰਕਤੀ ਵਿਚਾਰ ਲਓ, ਇੱਕ ਸ਼ਬਦ ਵਿਚਾਰ ਲਓ ਬੇਸ਼ੱਕ, ਲੇਕਿਨ ਉਹਨੂੰ ਯੂਨੀਵਰਸਲ ਟਰੂਥ ਨੂੰ ਬੇਸ ਰੱਖ ਕੇ ਵਿਚਾਰੋ। ਇਹ ਨਾ ਕਿ ਭਾਈ ਮੋਹਰ ਸਿੰਘ ਨੇ ਇਹ ਗੱਲ ਕਹੀ ਸੀ ਜਾਂ ਫਲਾਂ ਵਿਦਵਾਨ ਨੇ ਇਹ ਗੱਲ ਕਹੀ ਸੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੱਚ ਕੀ ਹੈ, ਕਿਉਂਕਿ ਗੁਰਬਾਣੀ ਦੇ ਜੋ ਮੈਂ ਮੀਨਿੰਗ ਕਰ ਰਿਹਾ ਉਹ ਗਲਤ ਹੋ ਸਕਦੇ ਨੇ, ਤੇ ਇਸ ਲਈ ਤੁਸੀਂ ਆਪ ਜ਼ਰੂਰ ਪਰਖ ਲਓ ਕਿ ਯੂਨੀਵਰਸਲ ਟਰੂਥ ਕੀ ਹੈ, ਕਿ ਉਹਦੇ ਉੱਤੇ ਮੇਰਾ ਇਹ ਅਰਥ ਠੀਕ ਉਤਰਦਾ ਹੈ, ਯਾਨੀ ਇਹ ਜਿਹੜਾ ਮੈਂ ਅਰਥ ਕਰ ਰਿਹਾ ਹਾਂ ਇਹ ਹਰ ਇਨਸਾਨ ਦੇ ਉੱਤੇ ਹਰ ਸਮੇਂ ਹਰ ਥਾਂ ਤੇ ਲਾਗੂ ਹੁੰਦਾ ਹੈ, ਤਾਂ ਉਹਨੂੰ ਅਪਣਾ ਲਓ। ਯੂਨੀਵਰਸਲ ਟਰੂਥ ਕੀ ਲਾਅ ਆਫ ਨੇਚਰ ਦੇ ਵਿੱਚ ਪੂਰਾ ਉਤਰ ਰਿਹਾ ਹੈ, ਤਾਂ ਉਸ ਅਰਥ ਨੂੰ ਅਪਣਾ ਲਓ। ਤੇ ਜਦੋਂ ਅਸੀਂ ਇਸ ਢੰਗ ਦੇ ਨਾਲ ਸੋਚਾਂਗੇ ਤਾਂ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚੋਂ ਕੁਝ ਨਿਕਲੇਗਾ, ਕਿਉਂਕਿ ਅਨੰਤ ਗਿਆਨ ਦਾ ਭੰਡਾਰਾ ਹਰ ਬੰਦੇ ਦੇ ਅਸੀਮ ਸੋਚ ਹੈ, ਉਹਨੂੰ ਜਿੰਨੀ ਮਰਜ਼ੀ ਵਿਸ਼ਾਲ ਅਸੀਂ ਕਰ ਸਕਦੇ ਹਾਂ, ਹੋ ਸਕਦਾ। ਠੀਕ ਹੈ ਜੀ ਨਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਵੈਸੇ ਅਸੀਂ ਸਾਰੇ ਜਣੇ ਹੁਕਮ ਦੇ ਵਿੱਚ ਤਾਂ ਵੈਸੇ ਚੱਲ ਰਹੇ ਆ, ਨਹੀਂ ਅਸੀਂ ਕੁਝ ਕਰ ਤਾਂ ਸਕਦੇ ਨਹੀਂ ਉਹਦੇ ਬਾਰੇ, ਕਿਉਂਕਿ ਕਾਨੂੰਨ ਬਣਾਏ ਹੋ ਆ, ਕੁਦਰਤ ਦੇ ਕਾਨੂੰਨ ਬਣਾਏ ਹੋ ਆ। ਗੁਰਬਾਣੀ ਦਾ ਇੰਨਾ ਜ਼ਰੂਰ ਹੈ ਵੀ ਤੁਹਾਨੂੰ ਸਮਝ ਲੱਗ ਜਾਂਦੀ ਹੈ ਕਿ ਕਿਹੜੇ ਕਾਨੂੰਨ ਹੈਗੇ ਆ, ਕਿੱਦਾਂ ਤੁਸੀਂ ਆਪਣੀ ਜ਼ਿੰਦਗੀ ਜਿਉਣੀ ਆ। ਤੇ ਹੋਰ ਸਾਡੇ ਨਾਲ ਕੋਈ ਵੀ ਅਨਮਿਊਟ ਨਹੀਂ ਜੀ, ਇੱਥੇ ਫਿਰ ਆਪਾਂ ਸਮਾਪਤੀ ਕਰ ਦਿੰਦੇ ਆ। ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ, ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਅਸੀਂ ਕੱਲ ਨੂੰ 2 ਵਜੇ ਇੱਥੇ ਮੁੜ ਕੇ ਆ ਕੇ ਫਿਰ ਇਸੇ ਤਰ੍ਹਾਂ ਹੀ ਜੁੜਾਂਗੇ ਜੀ। ਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।